ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀਓ, ਆਪ ਸਰਬੱਤ ਸੰਗਤ ਮਾਈ ਭਾਈ ਵੱਡੇ ਭਾਗਾਂ ਵਾਲੇ ਹੋ, ਜੋ ਕਿ ਆਪਣਾ ਮਨੁੱਖਾ ਜਨਮ ਸਫਲ ਕਰਨ ਦੇ ਲਈ ਪਾਵਨ ਗੁਰੂ ਇਤਿਹਾਸ ਸਰਵਣ ਕਰ ਰਹੇ ਹੋ। ਭਾਵੇਂ ਆਪ ਜੀ ਘਰਾਂ ਦੇ ਵਿੱਚ ਕੰਮ ਕਰ ਰਹੇ ਹੋ ਇਸ ਸਮੇਂ, ਭਾਵੇਂ ਆਪਣੀਆਂ ਦੁਕਾਨਾਂ ਤੇ ਕੰਮ ਕਰ ਰਹੇ ਹੋ, ਦਫ਼ਤਰਾਂ ਆਫਿਸ ਵਿੱਚੋਂ, ਭਾਵੇਂ ਕਿਤੇ ਵੀ ਹੋ, ਭਾਵੇਂ ਆਪਣੇ ਘਰ ਦੇ ਵਿੱਚ ਹੀ ਜਾਂ ਕਿਤੇ ਯੋਗ ਸਥਾਨ ਤੇ ਚੌਕੜਾ ਸਜਾ ਕੇ ਬੈਠੇ ਹੋ। ਮੁੱਕਦੀ ਗੱਲ ਅਲੱਗ-ਅਲੱਗ ਸਿਚੁਏਸ਼ਨ ਦੇ ਵਿੱਚ ਸੁਰਤ ਇਸ ਸਮੇਂ ਆਪ ਜੀ ਨੇ ਗੁਰੂ ਚਰਨਾਂ ਵਿੱਚ ਜੋੜੀ ਹੈ। ਆਪ ਜੀ ਦਾ ਜੋ ਮਨ ਹੈ ਉਹ ਗੁਰੂ ਚਰਨਾਂ ਦੇ ਵਿੱਚ ਜੁੜਿਆ ਹੈ। ਸੋ ਇਸ ਕਰਕੇ ਆਪ ਜੀ ਵਡਭਾਗੇ ਹੋ। ਆਪ ਜੀ ਨੂੰ ਜਿਵੇਂ ਗਿਆਤ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਨੂੰ ਮੁੱਖ ਰੱਖਦਿਆਂ ਆਪਾਂ ਕੱਲ ਰੋਜ਼ ਤੋਂ ਲੜੀਵਾਰ ਗੁਰ ਇਤਿਹਾਸ ਪਾਤਸ਼ਾਹੀ 9ਵੀਂ ਆਰੰਭ ਕੀਤਾ, ਜਿਹਦੇ ਵਿੱਚ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਤੋਂ ਲੈ ਕੇ ਵਿਆਹ ਤੱਕ ਦਾ ਪਾਵਨ ਇਤਿਹਾਸ ਆਪ ਜੀ ਨੇ ਸਰਵਣ ਕੀਤਾ ਹੈ। ਤੇ ਅੱਜ ਆਪਾਂ ਦੂਸਰਾ ਭਾਗ ਸਰਵਣ ਕਰਾਂਗੇ। ਸੋ ਮੈਨੂੰ ਬੜੀ ਖੁਸ਼ੀ ਹੈ, ਸੰਗਤਾਂ ਨੇ ਬੜੇ ਸ਼ਰਧਾ ਪ੍ਰੇਮ ਦੇ ਨਾਲ ਕੱਲ ਵਾਲਾ ਜਿਹੜਾ ਇਤਿਹਾਸ ਹੈ ਸਰਵਣ ਕੀਤਾ ਹੈ, ਤੇ ਕਈ ਸੰਗਤਾਂ ਨੇ ਸਪੈਸ਼ਲ WhatsApp ਦੇ ਉੱਤੇ ਦਾਸ ਨੂੰ ਇਹ ਲਿਖ ਕੇ ਭੇਜਿਆ ਕਿ ਭਾਈ ਸਾਹਿਬ ਜੀ, ਸਾਨੂੰ ਅਗਲਾ ਜਿਹੜਾ ਭਾਗ ਹੈ, ਦੂਜਾ ਹਿੱਸਾ ਹੈ, ਉਹ ਵੀ ਸਾਨੂੰ ਭੇਜੋ ਤਾਂ ਕਿ ਅਸੀਂ ਸਰਵਣ ਕਰੀਏ। ਸੋ ਸੰਗਤਾਂ ਦੇ ਇਸ ਉਤਸ਼ਾਹ ਨੂੰ ਵੇਖਦੇ ਹੋਏ ਮੈਨੂੰ ਬੜੀ ਖੁਸ਼ੀ ਹੋਈ ਤੇ ਬੜਾ ਹੌਸਲਾ ਮਿਲਿਆ, ਤੇ ਸਤਿਗੁਰਾਂ ਦੀ ਕਿਰਪਾ ਸਦਕਾ ਆਪਾਂ ਲੜੀਵਾਰ ਇਤਿਹਾਸ ਆਰੰਭ ਕਰ ਰਹੇ ਹਾਂ। ਸੋ ਮੇਰੀ ਬੇਨਤੀ ਹੈ ਕਿ ਜਿੰਨੇ ਵੀ ਗੁਰਸਿੱਖ ਗੁਰਮੁਖ ਮਾਈ ਭੈਣ ਆਪ ਜੀ ਦੇ ਨਾਲ ਸੋਸ਼ਲ ਮੀਡੀਆ ਤੇ ਜੁੜੇ ਹੋਏ ਨੇ, ਭਾਵੇਂ WhatsApp ਤੇ ਨੇ, YouTube ਤੇ ਨੇ, Facebook ਤੇ ਨੇ, ਕਿਤੇ ਵੀ ਨੇ, ਆਪ ਸਭ ਇਸ ਪਾਵਨ ਇਤਿਹਾਸ ਦਾ ਲਿੰਕ ਸਭ ਨੂੰ ਸਾਂਝਾ ਕਰੋ ਤਾਂ ਕਿ ਸਭ ਸਰਵਣ ਕਰ ਸਕਣ। ਕਿਉਂਕਿ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਨੇ ਜੋ ਸ਼ਹਾਦਤ ਦਿੱਤੀ ਹੈ ਨਾ, ਉਸ ਸ਼ਹਾਦਤ ਨੂੰ ਆਪਾਂ ਯਾਦ ਕਰਨਾ ਹੈ। ਇਹ ਨਹੀਂ ਕਿ ਜਿਸ ਦਿਨ ਗੁਰਪੁਰਬ ਹੁੰਦਾ ਹੈ ਉਸੇ ਦਿਨ ਗੁਰਪੁਰਬ ਦੇ ਸਮੇਂ ਗੁਰਦੁਆਰੇ ਜਾਈਏ, ਕਥਾ ਕੀਰਤਨ ਸੁਣੀਏ। ਸੋ ਮੇਰੀ ਕੋਸ਼ਿਸ਼ ਰਹਿੰਦੀ ਹੈ ਕਿ ਗੁਰਪੁਰਬ ਤੋਂ ਘੱਟੋ ਘੱਟ ਹਫ਼ਤਾ, 10 ਦਿਨ ਜਾਂ 3 ਦਿਨ ਪਹਿਲਾਂ ਹੀ ਜਿਸ ਗੁਰੂ ਸਾਹਿਬਾਨ ਦਾ ਪੁਰਬ ਹੈ, ਸਿੰਘਾਂ ਦਾ, ਸਾਹਿਬਜ਼ਾਦਿਆਂ ਦਾ, ਗੁਰਸਿੱਖਾਂ ਦਾ, ਭਗਤਾਂ ਦਾ, ਉਹਨਾਂ ਦੇ ਜੀਵਨ ਨੂੰ ਸਰਵਣ ਕੀਤਾ ਜਾਏ ਤਾਂ ਕਿ ਸਾਨੂੰ ਪਤਾ ਲੱਗੇ ਕਿ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਸਾਡੇ ਲਈ ਕੀ ਪੂਰਨੇ ਪਾਏ ਨੇ। ਆਓ ਕੱਲ ਜਿੱਥੇ ਇਤਿਹਾਸ ਆਪਾਂ ਛੱਡਿਆ ਸੀ, ਆਪਾਂ ਉੱਥੋਂ ਹੀ ਸਾਧ ਸੰਗਤ ਜੀ ਇਤਿਹਾਸ ਨੂੰ ਸਰਵਣ ਕਰੀਏ। ਗੁਰੂ ਤੇਗ ਬਹਾਦਰ ਜੀ ਨੇ ਗੁਰੂ ਹਰਿਰਾਏ ਜੀ ਨੂੰ ਮੱਥਾ ਟੇਕਿਆ ਅਤੇ ਆਗੇ ਵਿੱਚ ਟੁਰਦੇ ਰਹੇ। ਮਤਲਬ ਕਿ 6ਵੇਂ ਮਹਾਰਾਜ ਨੇ ਧੰਨ ਸਾਹਿਬ ਸ੍ਰੀ ਗੁਰੂ ਹਰਿਰਾਏ ਮਹਾਰਾਜ ਨੂੰ ਗੁਰਤਾ ਗੱਦੀ ਬਖਸ਼ਿਸ਼ ਕੀਤੀ ਸੀ, ਤੇ ਇਸ ਸਮੇਂ ਦੇ ਦੌਰਾਨ ਹੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਪਿੰਡ ਬਕਾਲੇ ਜਾਣ ਦਾ ਹੁਕਮ ਕੀਤਾ ਸੀਗਾ। ਆਪਾਂ ਉਹ ਇਤਿਹਾਸ ਸਰਵਣ ਕਰ ਰਹੇ ਹਾਂਗੇ। ਮਾਤਾ ਨਾਨਕੀ ਜੀ ਨੇ ਗੁਰੂ ਪਤੀ ਜੀ ਕੋਲੋਂ ਜ਼ਰੂਰ ਪੁੱਛਿਆ ਕਿ ਤੁਸਾਂ ਹੁਕਮ ਕੀਤਾ ਕਿ ਤੇਰੇ ਗ੍ਰਹਿ ਗੁਰਿਆਈ ਆਵੇਗੀ, ਪਰ ਇਹ ਤਾਂ ਤੁਸੀਂ ਗੁਰੂ ਹਰਿਰਾਏ ਜੀ ਨੂੰ ਦੇ ਦਿੱਤੀ ਹੈ,
ਗੁਰੂ ਬਿਲਾਸ ਪਾਤਸ਼ਾਹੀ 6ਵੀਂ ਦੇ ਸ਼ਬਦਾਂ ਦੇ ਅਨੁਸਾਰ, ਸ਼੍ਰੀ ਗੁਰੂ ਕਹੈ ਤੁਮ ਚਿਤ ਤਜ, ਸਮਾ ਪਾਏ ਤੁਮ ਆਏ। ਤੁਮ ਸੁਤ ਨੰਦਨ ਅਮਿਤ ਬਲ, ਸਭ ਜਗ ਕਰੈ ਸਹਾਏ। ਜਦੋਂ ਸਤਿਗੁਰਾਂ ਨੂੰ ਪੁੱਛਣਾ ਕੀਤਾ ਤੇ ਸਤਿਗੁਰਾਂ ਨੇ ਬਚਨ ਕੀਤਾ। ਸ਼੍ਰੀ ਗੁਰੂ ਕਹੈ, ਸਤਿਗੁਰਾਂ ਨੇ ਬਚਨ ਕੀਤਾ, ਤੁਮ ਚਿਤ ਤਜ, ਕਿ ਤੁਸੀਂ ਆਪਣੇ ਹਿਰਦੇ ਦੇ ਵਿੱਚੋਂ ਜਿਤਨੇ ਵੀ ਸੰਕਲਪ ਵਿਕਲਪ ਨੇ ਸਭ ਛੱਡ ਦਿਓ। ਜਦੋਂ ਸਮਾਂ ਆਏਗਾ ਉਦੋਂ ਕੀ ਹੋਏਗਾ? ਤੁਮ ਸੁਤ ਨੰਦਨ ਅਮਿਤ ਬਲ, ਸਭ ਜਗ ਕਰੈ ਸਹਾਏ। ਤੁਹਾਡੇ ਪੁੱਤਰ ਦੇ ਵਿੱਚ ਬਹੁਤ ਬਲ ਹੈ, ਇਹ ਸਾਰੇ ਸੰਸਾਰ ਦੀ ਮਦਦ ਕਰਨਗੇ। ਦੇਖੋ ਸੰਗਤ ਜੀ, ਜੋ ਗੁਰੂ ਨੇ ਬਚਨ ਕਰ ਦਿੱਤਾ ਨਾ, ਉਹ ਜ਼ਰੂਰ ਪੂਰਾ ਹੋਏਗਾ। ਤੇ ਉਹ ਬਚਨ ਕਦੋਂ ਪੂਰਾ ਹੋਏਗਾ? ਗੁਰੂ ਨੇ ਉਹ ਸਮਾਂ ਵੀ ਨਿਰਧਾਰਤ ਕਰ ਦਿੱਤਾ ਹੈ। ਲੋੜ ਹੈ ਸਿੱਖ ਦੇ ਹਿਰਦੇ ਵਿੱਚ ਸਿਦਕ ਦੀ, ਭਰੋਸੇ ਦੀ, ਵਿਸ਼ਵਾਸ ਦੀ। ਹਰ ਸਮੇਂ ਸਿੱਖ ਇਹ ਯਾਦ ਰੱਖੇ, ਗੁਰ ਮੇਰਾ ਸੰਗ ਸਦਾ ਹੈ ਨਾਲੇ। ਬਹੁਤਾਤ ਮਾਤਰਾ ਦੇ ਵਿੱਚ ਹੁੰਦਾ ਕੀ ਹੈ ਕਿ ਜਦੋਂ ਸੰਸਾਰ ਦਾ ਅਸੀਂ ਬਾਹਰੀ ਪ੍ਰਭਾਵ ਦੇਖਦੇ ਹਾਂ, ਲੋਕਾਂ ਦੀ ਭੀੜ ਦੇਖਦੇ ਹਾਂ, ਲੋਕਾਂ ਦੀ ਤਾਕਤ ਦੇਖਦੇ ਹਾਂ, ਐਸ਼ੋ ਇਸ਼ਰਤ ਦੇਖਦੇ ਹਾਂ, ਜਾਂ ਬਹੁਤੇ ਦੁੱਖ ਦੇਖਦੇ ਹਾਂ, ਸੁੱਖ ਦੇਖਦੇ ਹਾਂ, ਤੇ ਕਈ ਵਾਰ ਮਨ ਦੇ ਵਿੱਚ ਵਿਸ਼ਵਾਸ ਦੀ ਬਜਾਏ ਨਾ ਬੇਵਿਸ਼ਵਾਸੀ ਪੈਦਾ ਹੋ ਜਾਂਦੀ ਹੈ। ਬਾਹਰ ਦਾ ਜੋ ਪ੍ਰਭਾਵ ਹੁੰਦਾ ਨਾ, ਉਹ ਇਤਨਾ ਜ਼ਿਆਦਾ ਪ੍ਰਭਾਵਿਤ ਕਰਦਾ ਹੈ ਕਿ ਹਿਰਦੇ ਦੀ ਜਿਹੜੀ ਸ਼ਰਧਾ ਵਿਸ਼ਵਾਸ ਹੁੰਦਾ ਨਾ, ਉਹ ਕਈ ਵਾਰ ਡੋਲ ਪੈਂਦਾ ਹੈਗਾ। ਪਰ ਇੱਕ ਗੱਲ ਹਮੇਸ਼ਾ ਯਾਦ ਰੱਖੀਏ, ਪਰਮਾਤਮਾ ਦੇ ਘਰ, ਗੁਰੂ ਦੇ ਘਰ ਕੁਆਂਟਿਟੀ ਨਹੀਂ, ਕੁਆਲਿਟੀ ਵੇਖੀ ਜਾਂਦੀ ਹੈ। ਗੁਰੂ ਦੇ ਉੱਤੇ ਵਿਸ਼ਵਾਸ ਰੱਖੀਏ, ਗੁਰੂ ਸਾਰੇ ਕਾਰਜ ਆਪ ਰਸ ਕਰ ਦਿੰਦਾ ਹੈਗਾ। ਕਦੋਂ ਗੁਰੂ ਨੇ ਕਿਰਪਾ ਕਰਨੀ ਹੈ, ਇਹ ਗੁਰੂ ਨੇ ਨਿਰਧਾਰਤ ਕਰ ਦਿੱਤਾ। ਸਿੱਖ ਕੇਵਲ ਆਪਣਾ ਕਰਮ ਕਰਦਾ ਜਾਏ ਤੇ ਗੁਰੂ ਤੇ ਅਮਿਟ ਵਿਸ਼ਵਾਸ ਰੱਖੇ। ਸਿੱਖਾ, ਜੋ ਤੇਰੀ ਕਿਸਮਤ ਵਿੱਚ ਨਹੀਂ ਵੀ ਨਾ ਹੈਗਾ, ਗੁਰੂ ਨੇ ਤੈਨੂੰ ਉਹ ਵੀ ਬਖਸ਼ ਦੇਣਾ ਹੈਗਾ। ਚਿੰਤਾ ਦੀ ਲੋੜ ਨਹੀਂ, ਸਮੇਂ ਅਨੁਸਾਰ ਉਹਨਾਂ ਨੂੰ ਵੀ ਗੁਰਗੱਦੀ ਮਿਲ ਜਾਏਗੀ। ਇਹ 6ਵੇਂ ਮਹਾਰਾਜ ਦਾ ਬਚਨ ਹੈ। ਉਸ ਸਮੇਂ ਕੇਵਲ ਪੋਥੀ, ਕਟਾਰ ਤੇ ਰੁਮਾਲ ਬਖਸ਼ਿਆ ਅਤੇ ਫਰਮਾਇਆ ਕਿ ਹੁਣ ਬਕਾਲੇ ਚਲੇ ਜਾਓ। ਅਬ ਮਾਨੋ ਮਮ ਬਾਏ, ਜਾਏ ਬਕਾਲੇ ਤੁਮ ਰਹੋ। ਤਿਹੰ ਤਾਂ ਬਸ ਤੁਮ ਜਾਏ, ਸਤਿਗੁਰ ਆਈ ਤੋਹੇ ਹੋਏ। ਸੋ ਮਾਤਾ ਨਾਨਕੀ ਜੀ, ਮਾਤਾ ਗੁਜਰੀ ਜੀ ਅਤੇ ਸ਼੍ਰੀ ਤੇਗ ਬਹਾਦਰ ਜੀ ਨੇ ਸ਼੍ਰੀ ਕੀਰਤਪੁਰ ਸਾਹਿਬ ਛੱਡ ਕੇ ਪਿੰਡ ਬਕਾਲਾ, ਜਿਹਨੂੰ ਕਿ ਆਪਾਂ ਬੜੇ ਸਤਿਕਾਰ ਦੇ ਨਾਲ ਬਾਬਾ ਬਕਾਲਾ ਜੀ ਕਹਿੰਦੇ ਆ, ਜਾਣ ਦਾ ਨਿਰਣਾ ਲਿਆ। ਇਤਿਹਾਸ ਵਿੱਚ ਕੁਝ ਐਸੀਆਂ ਹੀ ਵਾਰਤਾਵਾਂ ਆਉਂਦੀਆਂ ਕਿ ਇੱਕ ਸਮਾਂ ਸ਼੍ਰੀ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਪ੍ਰਸ਼ਾਦਾ ਛਕ ਰਹੇ ਨੇ ਤੇ ਕੋਲ ਮਾਤਾ ਨਾਨਕੀ ਜੀ ਬੜੇ ਪ੍ਰੇਮ ਦੇ ਨਾਲ ਮਹਾਰਾਜ ਨੂੰ ਪ੍ਰਸ਼ਾਦਾ ਛਕਾ ਰਹੇ ਨੇ। ਪਰ ਅੱਜ ਮੁੱਖ ਤੇ ਮਾਤਾ ਨਾਨਕੀ ਜੀ ਦੇ ਕੁਝ ਫਿਕਰ, ਚਿੰਤਾ, ਕੁਝ ਉਦਾਸੀ ਹੈ। ਸਤਿਗੁਰਾਂ ਨੇ ਕਾਰਨ ਪੁੱਛਿਆ। ਉਸ ਸਮੇਂ ਮਹਾਰਾਜ ਨੇ ਪ੍ਰਸ਼ਾਦਾ ਛਕ ਲਿਆ ਸੀ। ਹੱਥ ਧੋ ਕੇ ਮਹਾਰਾਜ ਰੁਮਾਲ ਦੇ ਨਾਲ ਹੱਥ ਪੂੰਝ ਰਹੇ ਸਨ। ਮਾਤਾ ਜੀ ਨੇ ਆਪਣੀ ਚਿੰਤਾ ਦੱਸੀ ਕਿ ਮਹਾਰਾਜ, ਮੇਰਾ ਜਿਹੜਾ ਪੁੱਤਰ ਤੇਗ ਬਹਾਦਰ ਹੈ ਨਾ, ਇਹ ਬੜਾ ਭੋਲਾ ਹੈਗਾ। ਮੇਰੇ ਬਾਕੀ ਦੇ ਪੁੱਤਰ ਬੜੇ ਹੁਸ਼ਿਆਰ ਨੇ। ਇਹ ਸੰਗਤਾਂ ਦੇ ਨਾਲ ਗੱਲਬਾਤ ਕਰਦੇ ਆ, ਉਹਨਾਂ ਨੂੰ ਮਿਲਦੇ ਜੁਲਦੇ ਆ, ਮਸੰਦਾਂ ਦੇ ਨਾਲ ਵੀ ਉੱਠਦੇ ਬਹਿੰਦੇ ਆ, ਮਸੰਦ ਇਹਨਾਂ ਨੂੰ ਭੇਟਾਵਾਂ ਵੀ ਸਿੱਧੀਆਂ ਲਿਆ ਦਿੰਦੇ ਆ। ਪਰ ਮੇਰਾ ਜਿਹੜਾ ਇਹ ਪੁੱਤਰ ਹੈ, ਕਿਸੇ ਨਾਲ ਬਹੁਤੀ ਗੱਲ ਨਹੀਂ ਕਰਦਾ, ਬੰਦਗੀ ਦੇ ਵਿੱਚ ਹੀ ਮਸਤ ਹੈ। ਤੇ ਮੈਂ ਸੋਚ ਕੇ ਬਹੁਤ ਪਰੇਸ਼ਾਨ ਹੋ ਜਾਂਦੀ ਹਾਂ ਕਿ ਇਹ ਸੰਸਾਰ ਦੇ ਬਾਰੇ ਕੁਝ ਨਹੀਂ ਜਾਣਦਾ, ਇਹਦੇ ਘਰ ਦਾ ਖਾਓ ਖਰਚ ਕਿਵੇਂ ਚੱਲੇਗਾ।
ਮਹਾਰਾਜ ਮੁਸਕਰਾਏ। ਮਹਾਰਾਜ ਨੇ ਮੁਸਕਰਾਉਂਦਿਆਂ ਉਹ ਜਿਹੜਾ ਰੁਮਾਲ ਸੀ ਨਾ, ਜਿਹਦੇ ਨਾਲ ਮਹਾਰਾਜ ਰੁਮਾਲ ਨਾਲ ਹੱਥ ਪੂੰਝ ਰਹੇ ਸਨ, ਉਹ ਰੁਮਾਲ ਮਾਤਾ ਨਾਨਕੀ ਜੀ ਦੀ ਝੋਲੀ ਪਾਤਾ। ਕਹਿੰਦੇ ਇੱਕ ਕਟਾਰ ਬਖਸ਼ੀ, ਇੱਕ ਪੋਥੀ ਬਖਸ਼ੀ। ਸਤਿਗੁਰੂ ਜੀ ਬਚਨ ਕਰਦੇ, ਇਹ ਜਿਹੜਾ ਰੁਮਾਲ ਹੈ ਨਾ, ਇਹਨੂੰ ਰੁਮਾਲ ਨਾ ਸਮਝਣਾ, ਇਸ ਦੇਸ਼ ਦੀ ਜਾਂਦੀ ਹੋਈ ਜਿਹੜੀ ਪੱਤ ਹੈ ਨਾ, ਉਹਨੂੰ ਢੱਕੇਗਾ ਤੇਰਾ ਪੁੱਤਰ। ਤੁਸੀਂ ਕਹਿ ਰਹੇ ਹੋ ਕਿ ਇਹਨੂੰ ਕਾਰ ਵਿਹਾਰ ਨਹੀਂ ਆਉਂਦਾ, ਇਹਦੇ ਘਰ ਦਾ ਖਾਓ ਖਰਚ ਕਿਵੇਂ ਚੱਲੇਗਾ? ਇਹਦੇ ਕਰਕੇ ਪਤਾ ਨਹੀਂ ਕਿੰਨਿਆਂ ਦੇ ਘਰ ਦਾ ਖਾਓ ਖਰਚ ਚੱਲੇਗਾ। ਇੱਕ ਘਰ ਦੀ ਤਾਂ ਕੀ ਗੱਲ, ਇਹ ਨਗਰ ਵਸਾਏਗਾ। ਇਹ ਕਟਾਰ ਤੁਸੀਂ ਆਪਣੇ ਪੋਤਰੇ ਨੂੰ ਦੇਣਾ, ਜਿਹਨੇ ਗੁਰੂ ਬਣਨਾ ਹੈਗਾ। ਮਹਾਰਾਜ ਨੇ ਇੱਥੇ ਮਾਤਾ ਨਾਨਕੀ ਜੀ ਨੂੰ ਪੋਤਰੇ ਦਾ ਆਸ਼ੀਰਵਾਦ ਵੀ ਦੇ ਦਿੱਤਾ ਗਾ, ਪੋਥੀ ਬਖਸ਼ੀ। ਸੋ ਮਾਤਾ ਨਾਨਕੀ ਜੀ ਮਹਾਰਾਜ ਦਾ ਹੁਕਮ ਮੰਨ ਕੇ ਚਲੇ ਜਾਂਦੇ ਹੈਗੇ। ਸਮਾਂ ਬਤੀਤ ਹੁੰਦਾ, 6ਵੇਂ ਪਾਤਸ਼ਾਹ ਜੋਤੀ ਜੋਤ ਸਮਾ ਜਾਂਦੇ ਆ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ। ਤੇ ਸਤਿਗੁਰ ਸੱਚੇ ਪਾਤਸ਼ਾਹ ਜਦੋਂ ਜੋਤੀ ਜੋਤ ਸਮਾਏ, ਉਹ ਤੋਂ ਬਾਅਦ ਸ੍ਰੀ ਗੁਰੂ ਹਰਿਰਾਏ ਮਹਾਰਾਜ ਨੇ ਸੰਗਤ ਦੀ ਅਗਵਾਈ ਕੀਤੀ ਤੇ ਉਹ ਤੋਂ ਬਾਅਦ 8ਵੇਂ ਮਹਾਰਾਜ ਗੁਰਤਾ ਗੱਦੀ ਤੇ ਬਹਿੰਦੇ ਆ। ਆਪਾਂ ਇੱਧਰ ਪਿੰਡ ਬਕਾਲੇ ਦਾ ਇਤਿਹਾਸ ਸਰਵਣ ਕਰੀਏ। ਬਕਾਲੇ ਹੀ ਗੁਰੂ ਤੇਗ ਬਹਾਦਰ ਜੀ ਦੇ ਨਾਨਕੇ ਸਨ। ਮਾਤਾ ਨਾਨਕੀ ਜੀ ਦੇ ਪਿਤਾ ਬਾਬਾ ਹਰੀ ਚੰਦ ਜੀ ਅਤੇ ਮਾਤਾ ਹਰਦਈ ਜੀ ਉੱਥੇ ਹੀ ਰਹਿੰਦੇ ਸਨ। ਟਿਕਾਣਾ ਆਪ ਜੀ ਨੇ ਭਾਈ ਮੇਹਰਾ ਜੀ ਦੇ ਘਰ ਰੱਖਿਆ, ਜਿਨ੍ਹਾਂ ਗੁਰੂ ਹਰਗੋਬਿੰਦ ਜੀ ਕੋਲੋਂ ਦਾਤ ਮੰਗੀ ਸੀ ਕਿ ਉਹ ਉਸ ਦੇ ਨਵੇਂ ਉਸਰੇ ਮਕਾਨ ਚਰਨ ਪਾਉਣ। ਗੁਰੂ ਹਰਗੋਬਿੰਦ ਜੀ ਨੇ ਫਰਮਾਇਆ ਸੀ ਕਿ ਉਹ ਕਈ ਸਾਲ ਆਪਣੇ ਅਗਲੇ ਸਰੂਪ ਵਿੱਚ ਉੱਥੇ ਟਿਕਣਗੇ। ਸੋ ਉੱਥੇ ਹੀ ਰਹਿਣ ਦਾ ਫੈਸਲਾ ਕੀਤਾ ਤੇ 9ਵੇਂ ਮਹਾਰਾਜ ਉੱਥੇ ਰੁਕੇ। ਮਾਤਾ ਗੰਗਾ ਜੀ ਵੀ ਉਸ ਦੇ ਘਰ ਹੀ ਗੁਜ਼ਰੇ ਸਨ। ਮਾਤਾ ਨਾਨਕੀ ਜੀ ਅਤੇ ਮਾਤਾ ਗੁਜਰੀ ਜੀ ਨਾਲ ਹੀ ਸਨ। ਗੁਰਬਿਲਾਸ ਪਾਤਸ਼ਾਹੀ 10ਵੀਂ ਅਨੁਸਾਰ ਬਕਾਲਾ ਇੱਕ ਬੜਾ ਖੁਸ਼ਹਾਲ ਸ਼ਹਿਰ ਸੀਗਾ। ਸਰਾਵਾਂ, ਸਰਾਂ, ਬੌਲੀਆਂ, ਖੂਹਾਂ ਕਰਕੇ ਬੜਾ ਪ੍ਰਸਿੱਧ ਸੀਗਾ। ਤੇਗ ਬਹਾਦਰ ਜੀ ਅੰਮ੍ਰਿਤ ਵੇਲੇ ਉੱਠਦੇ, ਕੀਰਤਨ ਕਰਦੇ, ਕਿਰਤ ਕਰ ਕਰਕੇ ਗੁਜ਼ਾਰਾ ਕਰਦੇ ਸਨ। ਕਿਸੇ ਭੇਟਾ ਨੂੰ ਸਵੀਕਾਰ ਨਾ ਕਰਦੇ। ਜੇ ਕੋਈ ਭੇਟਾ ਦਿੰਦਾ ਤਾਂ ਸਭ ਸੰਗਤਾਂ ਵਿੱਚ ਵੰਡ ਦਿੰਦੇ। ਤਾਵਾਰੀਖ ਗੁਰੂ ਖਾਲਸਾ ਵਿੱਚ ਲਿਖਿਆ ਹੈ ਕਿ ਬਾਕੀ ਕਈ ਸਿੱਖ ਇਹਨਾਂ ਨੂੰ ਗੁਰੂ ਕਾ ਪੁੱਤ ਸੰਤ ਰੂਪ ਸਮਝ ਕੇ ਟਹਿਲ ਕਰਦੇ, ਪਰ ਆਪ ਜੀ ਵੰਡ ਹੀ ਦਿੰਦੇ ਸਨ। ਭਾਵੇਂ ਆਪ ਜੀ ਦਾ ਨਾਂ ਤਪਾ ਕਰਕੇ ਪ੍ਰਸਿੱਧ ਹੋ ਗਿਆ ਸੀ, ਪਰ ਆਪ ਜੀ ਗ੍ਰਸਤੀ ਜੀਵਨ ਗੁਜ਼ਾਰ ਰਹੇ ਸਨ। ਕਦੇ ਕਦੇ ਆਪ ਜੀ ਵਣ ਵਿਹਾਰ ਨੂੰ ਵੀ ਜਾਂਦੇ। ਮਹਿਮਾ ਪ੍ਰਕਾਸ਼ ਨੇ ਸਾਖੀ ਪਹਿਲੀ ਵਿੱਚ ਲਿਖਿਆ ਹੈ, ਗੁਰੂ ਜੀ ਬਕਾਲਾ ਵਿਖੇ ਟਿਕੇ ਰਹੇ, ਬਹੁਤ ਘੱਟ ਮਿਲਦੇ, ਆਤਮ ਆਨੰਦ ਵਿੱਚ ਹੀ ਰਹਿੰਦੇ ਸਨ। ਲੋਕੀ ਦਰਸ਼ਨਾਂ ਦੀ ਭੁੱਖ ਲੈ ਕੇ ਆਉਂਦੇ, ਪਰ ਆਪ ਜੀ ਘੱਟ ਹੀ ਕਿਸੇ ਨੂੰ ਪਾਸ ਪੁੱਜਣ ਦਿੰਦੇ ਸਨ। ਇਸ ਤਰੀਕੇ ਨਾਲ ਸਤਿਗੁਰ ਸੱਚੇ ਪਾਤਸ਼ਾਹ ਆਪਣੇ ਕੌਤਕ ਖੇਡਦੇ। ਗੁਰੂ ਤੇਗ ਬਹਾਦਰ ਜੀ ਤਹਾਂ ਵਸੇ, ਰਹੇ ਗੋਪ ਅਲਿਪਤ ਆਤਮ ਰੰਗ ਰਸੇ। ਕਾਹੂ ਕੋ ਦਰਸ਼ਨ ਨਾਹੀ ਹੋਏ, ਰਹੇ ਇਕਾंत तहाँ पहुंचत कोय। जब कब चढ़ शिकार प्रभ जावै, नहीं लहे समा को दर्शन पावै। कोई भी जब उपदेश मंगता तो आप जी यही फरमांदे, काल खाए किछ हथों दे, नानक राह पछाणे से। एक वारी एक ने पुछया कि वाहिगुरु दे भगतां नूं दुख क्यों आउंदा है। ਕਿਸੇ ਗੁਰਸਿੱਖ ਮਾਈ ਭਾਈ ਨੇ ਪੁੱਛਣਾ ਕੀਤਾ 9ਵੇਂ ਮਹਾਰਾਜ ਤੋਂ ਕਿ ਰੱਬ ਦੇ ਪਿਆਰਿਆਂ ਨੂੰ, ਭਗਤਾਂ ਨੂੰ ਦੁੱਖ ਮਿਲਦਾ ਕਿਉਂ ਹੈ। ਤਾਂ ਆਪ ਜੀ ਨੇ ਫਰਮਾਇਆ, ਦੁਨੀਆ ਦੀ ਅਸਲੀਅਤ
ਉਸ ਦੇ ਅਸਲੀ ਦੁੱਖ ਵਿੱਚ ਜਾਏ ਬਗੈਰ ਕਿਵੇਂ ਆ ਸਕਦੀ ਹੈ। ਵਾਹਿਗੁਰੂ ਦੁੱਖ ਦੇ ਕੇ ਉਸ ਨੂੰ ਅਸਲੇ ਦੀ ਸੋਝੀ ਦਿੰਦਾ ਹੈ। ਭਗਤ ਦੁੱਖ ਪਾ ਕੇ ਖੁਸ਼ ਹੁੰਦਾ ਹੈ, ਕਿਉਂਕਿ ਦੇਖੋ ਸੰਸਾਰ ਦਾ ਮਤਲਬ ਹੈ ਦੁੱਖ, ਤੇ ਜਦੋਂ ਤੱਕ ਬੰਦੇ ਨੂੰ ਇਹਦੀ ਅਸਲੀਅਤ ਦਾ ਪਤਾ ਨਹੀਂ ਲੱਗੇਗਾ, ਇਹਦਾ ਮਨ ਪਰਮਾਤਮਾ ਦੇ ਵੱਲ ਜਾਊਗਾ ਕਿਵੇਂ। ਆਪ ਜੀ ਨੂੰ ਆਤਮ ਰਸ ਵਿੱਚ ਖੇਲਦੇ ਦੇ ਕਈ ਜਿਗਿਆਸੂ ਫਿਰ ਵੀ ਆ ਹੀ ਜਾਂਦੇ ਸਨ। ਇੱਕ ਨੇ ਪੁੱਛਿਆ, ਭਗਤੀ ਦੇ ਕਿੰਨੇ ਪੜਾਅ ਹਨ? ਤਾਂ ਆਪ ਜੀ ਨੇ ਕਿਹਾ, ਪਹਿਲਾ ਹੈ ਹਰ ਉਸ ਵਿੱਚੋਂ ਚਿੱਤ ਹਟਾਣਾ ਜੋ ਉਸ ਵਾਹਿਗੁਰੂ ਵੱਲੋਂ ਚਿੱਤ ਹਟਾਏ। ਦੂਜਾ ਪੜਾਅ, ਉਸ ਵਾਹਿਗੁਰੂ ਨਾਲ ਕਿੰਨਾ ਸਨੇਹ ਕਿ ਹੋਰ ਸਭ ਕੁਝ ਭੁੱਲ ਜਾਏ। ਅਤੇ ਆਖਰੀ ਹੈ ਉੱਠਦਿਆਂ ਬਹਿੰਦਿਆਂ ਚੇਤ ਅਚੇਤ ਉਸ ਦੇ ਪ੍ਰਕਾਸ਼ ਦੀ ਹੋਂਦ ਵਿੱਚ ਸਮਾਇਆ ਰਹੇ। ਜਦ ਕਿਸੇ ਨੇ ਆ ਕੇ ਵਾਹਿਗੁਰੂ ਦੀ ਸੇਵਾ ਦਾ ਭਾਵ ਪੁੱਛਿਆ ਤਾਂ ਆਪ ਜੀ ਨੇ ਫਰਮਾਇਆ, ਜਦ ਹਿਰਦੇ ਤੋਂ ਹਉਮੈ ਮਿਟ ਜਾਂਦੀ ਹੈ ਅਤੇ ਹਉਮੈ ਰਹਿਤ ਕੀਤੀ ਕਾਰ ਹੀ ਉਸ ਪ੍ਰਭੂ ਦੀ ਸੇਵਾ ਹੈ। ਹਉਮੈ ਵਿੱਚ ਸੇਵਾ ਨਾ ਹੋਈ, ਗੁਰੂ ਅਮਰਦਾਸ ਮਹਾਰਾਜ ਜੀ ਦਾ ਫਰਮਾਨ ਹੈ। ਇਸ ਤਰ੍ਹਾਂ ਪ੍ਰਭੂ ਤੇ ਮਨੁੱਖ ਵਿੱਚ ਅੰਤਰ ਨਹੀਂ ਰਹਿੰਦਾ। ਨਾਮ ਦੀ ਮਹਿਮਾ ਬਾਰੇ ਆਪ ਜੀ ਫਰਮਾਉਂਦੇ ਸਨ ਕਿ ਨਾਨਕ ਦੇ ਘਰ ਕੇਵਲ ਨਾਮ ਹੈ। ਨਾਮ ਹੀ ਅਦ੍ਰਿਸ਼ਟ ਦਾ ਦ੍ਰਿਸ਼ਟਮਾਨ ਰੂਪ ਹੈ। ਨਾਮ ਤੋਂ ਹੀ ਸਭ ਉਤਪਤੀ ਹੋਈ ਹੈ। ਸੋ ਨਾਮ ਵਿੱਚ ਚਿੱਤ ਲਗਾਇਆ ਉਸ ਵਿੱਚ ਸਮਾ ਜਾਈਦਾ ਹੈ। ਸਿਮਰਨ ਉਸ ਤੱਕ ਪੁੱਜਣ ਦਾ ਸਾਧਨ ਹੈ ਅਤੇ ਨਾਮ ਉਸ ਦੀ ਹੋਂਦ ਦਾ ਪ੍ਰਗਟਾਵਾ ਹੈ। ਜਦ ਕਿਸੇ ਆ ਕੇ ਕਹਿਣਾ ਕਿ ਸਭ ਗੁਰੂ ਸੰਤਾਨਾਂ ਆਪਣੇ ਆਪਣੇ ਮਸੰਦਾਂ ਨੂੰ ਭੇਟਾਂ ਇਕੱਠੀਆਂ ਕਰਨ ਲਈ ਦੂਰ ਦੁਰਾਡੇ ਭੇਜਦੀਆਂ ਹਨ, ਤੁਸੀਂ ਕਿਉਂ ਨਹੀਂ ਭੇਜਦੇ? ਤਾਂ ਕੈਸਾ ਸੁੰਦਰ ਉੱਤਰ ਤੇਗ ਬਹਾਦਰ ਜੀ ਦਿੰਦੇ। ਆਪ ਜੀ ਕਹਿੰਦੇ, ਉਸ ਵਾਹਿਗੁਰੂ ਨੂੰ ਗਰੀਬ ਨਿਵਾਜ ਕਹਿੰਦੇ ਹਨ। ਗਰੀਬ ਹੋਵਾਂਗਾ ਤਾਂ ਹੀ ਉਹ ਨਿਵਾਜੇਗਾ। ਵਜ਼ੀਰ ਖਾਂ ਦੇ ਹੁੰਦਿਆਂ ਸ਼ਾਹਜਹਾਨ ਨੇ ਦਰਬਾਰ ਦੋਖੀਆਂ ਦੀ ਚਾਲ ਚੱਲਣੀ ਕਠਿਨ ਸੀ। ਸੋ ਸਮਾਂ ਸੁਖਾਵਾਂ ਗੁਜ਼ਰ ਰਿਹਾ ਸੀ। ਸ਼ਾਹਜਹਾਨ ਵੀ ਜਾਣਦਾ ਸੀ ਕਿ ਗੁਰੂ ਘਰ ਦੇ ਦਰਵਾਜ਼ੇ ਸਭ ਲਈ ਇੱਕੋ ਜਿਹੇ ਖੁੱਲੇ ਹਨ। ਗੁਰੂ ਹਰਗੋਬਿੰਦ ਜੀ ਦੇ ਜੋਤੀ ਜੋਤ ਸਮਾਨ ਉਪਰੰਤ ਗੁਰੂ ਹਰ ਰਾਏ ਜੀ ਨਾਲ ਵੀ ਸ਼ਾਹਜਹਾਨ ਦੀਆਂ ਸਾਂਝਾਂ ਬਣੀਆਂ ਰਹੀਆਂ। ਗੁਰੂ ਹਰ ਰਾਏ ਜੀ ਪਾਸ 2200 ਸਵਾਰ ਹਰ ਵਕਤ ਤਿਆਰ ਬਰ ਤਿਆਰ ਰਹਿੰਦੇ ਸਨ, ਪਰ ਕੋਈ ਝੜਪ ਹੋਣ ਦੀ ਸੰਭਾਵਨਾ ਤੱਕ ਨਹੀਂ ਆਈ। ਇੱਥੋਂ ਤੱਕ ਕਿ ਜਦ ਦਾਰਾ ਬਿਮਾਰ ਹੋਇਆ ਤਾਂ ਜਿਸ ਹਰੜ ਤੇ ਲੌਂਗ ਨਾਲ ਉਹ ਨਰੋਇਆ ਹੋਇਆ, ਉਹ ਗੁਰੂ ਜੀ ਦੇ ਸਫਾਖਾਨਾ ਤੋਂ ਹੀ ਗਏ ਸਨ। ਦਾਰਾ ਆਪੂ ਕੀਰਤਪੁਰ ਆਇਆ ਸੀ, ਧੰਨਵਾਦ ਕੀਤਾ। ਦਾਰਾ ਨੇ ਗੁਰੂ ਹਰ ਰਾਏ ਜੀ ਦੇ ਦਰਸ਼ਨ ਪਾ ਕਿਹਾ, ਵੈ ਫਕੀਰ ਰੱਬ ਕੀ ਜਾਤ, ਵੇ ਪ੍ਰਵਾਹ ਜ਼ਾਹਰ ਕਰਮਾਤ। ਗੁਰੂ ਹਰ ਰਾਏ ਜੀ ਨੇ ਗੁਰਬਾਣੀ ਦਾ ਸਤਿਕਾਰ ਪਹਿਲਾਂ ਆਪੂ ਕਰਕੇ ਸੰਗਤਾਂ ਨੂੰ ਜਾਚ ਸਿਖਾਈ। ਜਦ ਕਿਸੇ ਪੁੱਛਿਆ ਕਿ ਮਨ ਜਾਗੀ ਕੀ ਕਿਆ ਨਿਸ਼ਾਨੀ ਹੈ, ਤਾਂ ਆਪ ਜੀ ਨੇ ਫਰਮਾਇਆ, ਮਨ ਜਾਗੇ ਕਿ ਇਹ ਨਿਸ਼ਾਨੀ ਤੋ ਉਰ ਲਾਗੈ ਮੀਠੀ ਬਾਣੀ। ਸੰਸਾਰ ਦੇ ਵਿਸ਼ੇ ਵਿਕਾਰਾਂ ਦੇ ਵਿੱਚ ਸੁੱਤਾ ਮਨ ਜਾਗ ਪਿਆ, ਇਹਦੀ ਨਿਸ਼ਾਨੀ ਕੀ ਹੈ ਮਹਾਰਾਜ? ਮਹਾਰਾਜ ਬਚਨ ਕਰਦੇ ਹੈ ਕਿ ਮਨ ਜਾਗਣ ਦੀ ਨਿਸ਼ਾਨੀ ਇਹ ਹੈ ਕਿ ਉਹਨੂੰ ਗੁਰੂ ਦੀ ਬਾਣੀ ਮਿੱਠੀ ਲੱਗ ਜਾਂਦੀ ਹੈ। ਕਥਾ ਕੀਰਤਨ ਵਿੱਚ ਆਨੰਦ ਆਉਂਦਾ ਹੈ, ਪਾਠ ਦੇ ਵਿੱਚ ਆਨੰਦ ਆਉਂਦਾ ਹੈ। ਮਹਾਰਾਜ ਹੱਥੀ ਸੇਵਾ ਤੇ ਬਹੁਤ ਜ਼ੋਰ ਦਿੰਦੇ। ਇੱਕ ਵਾਰੀ ਕਿਸੇ ਪੁੱਛਿਆ ਕਿ ਚੰਗੀ ਸੇਵਾ ਕਿਹੜੀ ਹੈ, ਤਾਂ ਸਤਵੇਂ ਮਹਾਰਾਜ ਫਰਮਾਇਆ,
ਕਿ ਕਿਸੇ ਘਰ ਕੋਈ ਕੁਵੇਲੇ ਵੀ ਆ ਜਾਏ ਤਾਂ ਉਸ ਨੂੰ ਪ੍ਰਸ਼ਾਦਾ ਛਕਾਉਣਾ। ਚੂਕੇ ਸਮੇਂ ਆਥਿਤੀ ਜੋ ਆਵੈ, ਕਰ ਭਾਉ ਭਗਤ ਤਿਥ ਤ੍ਰਿਪਤ ਪੁਗਾਵੈ। ਪਾਤਸ਼ਾਹ ਖੁਦ ਪ੍ਰਸ਼ਾਦ ਲੰਗਰ ਵਿੱਚ ਹੀ ਛਕਦੇ ਸਨ। ਲੰਗਰ ਮਾਹੇ ਦਿਆਲ ਗੁਰ ਛਾਜੈ। ਸੇਵਾ ਦੀ ਮਹੱਤਤਾ ਇਤਨੀ ਦ੍ਰਿੜਾ ਦਿੱਤੀ ਕਿ ਇੱਕ ਵਾਰੀ ਇੱਕ ਸਿੱਖ ਨੂੰ ਜਦ ਰਜਵਾਂ ਪ੍ਰਸ਼ਾਦਾ ਕੁਵੇਲੇ ਲੰਗਰ ਤੋਂ ਨਾ ਮਿਲਿਆ ਤਾਂ ਉਹ ਸੇਵਾ ਕਰਦੇ ਭਾਈ ਫੇਰੂ ਨੂੰ ਕਹਿ ਦਿੱਤਾ ਕਿ ਲੰਗਰ ਤੂੰ ਕਾਣਾ ਕੀਤਾ ਹੈ। ਭਾਈ ਜੀ ਨੇ ਹੱਥ ਜੋੜ ਉਸ ਨੂੰ ਕਿਹਾ ਕਿ ਉਹ ਆਪੂ ਭਾਵੇਂ ਬੇਸ਼ੱਕ ਕਾਣੇ ਹੋ ਜਾਣ, ਪਰ ਗੁਰੂ ਦੇ ਲੰਗਰ ਨੂੰ ਕਾਣਾ ਨਾ ਆਖਣ। ਪ੍ਰਚਾਰ ਹਿਤ ਗੁਰੂ ਹਰਿ ਰਾਏ ਜੀ ਮਾਲਵੇ ਵਿਚਰੇ। ਉੱਥੇ ਸਿੱਖੀ ਦੇ ਬੂਟੇ ਨੂੰ ਮਹਾਰਾਜ ਨੇ ਆਪ ਜਲ ਲਾਇਆ ਗਾ। ਸਨ 1659 ਦੇ ਅਖੀਰ ਆਪ ਜੀ ਗੁਰੂ ਸਥਾਨਾਂ ਦੀ ਯਾਤਰਾ ਹਿਤ ਖਡੂਰ ਗੋਬਿੰਦਵਾਲ ਸਾਹਿਬ ਗਏ। ਸ਼ਰਧਾ ਉਪਜਾਣ ਤੇ ਸਾਡੇ ਵਾਸਤੇ ਪੂਰਨੇ ਪਾਉਣ ਲਈ ਜਦ ਵੀ ਗੁਰੂ ਹਰਿ ਰਾਏ ਜੀ ਗੁਰੂ ਤੀਰਥਾਂ ਤੇ ਜਾਂਦੇ ਤਾਂ ਆਸਣ ਭੂੰਜੇ ਹੀ ਕਰਦੇ। ਭੂਮਾ ਸਨ ਸੈਣ ਦਿਆਲ ਤਹ ਕੀਆ, ਮਹਿਮਾ ਪ੍ਰਕਾਸ਼ ਦੇ ਸ਼ਬਦ ਹਨ। ਉੱਥੋਂ ਗਲੋਟੀਆ ਖੁਰਦ, ਸਿਆਲਕੋਟ, ਮੱਖਣ ਸ਼ਾਹ, ਅੜੂਰਾਮ, ਕਿਰਪਾਰਾਮ, ਦੱਤ ਨਾਲ, ਵੈਰੀ ਨਾਗ, ਮਾਰਤੰਡੇ ਤੇ ਸ਼੍ਰੀਨਗਰ ਗਏ। 19 ਮਈ 1660 ਨੂੰ ਗੁਰੂ ਹਰਿ ਰਾਏ ਜੀ ਸ਼੍ਰੀਨਗਰ ਪਹੁੰਚੇ। ਉੱਥੋਂ ਮੱਖਣ ਸ਼ਾਹ ਦੇ ਪਿੰਡ ਮੋਟੇ ਟਾਂਡੇ ਵੀ ਗਏ। ਗੋਬਿੰਦਵਾਲ ਜਾਂਦੇ ਆਪ ਜੀ ਬਕਾਲੇ ਵਿਖੇ ਆਏ। ਇੱਥੇ ਸਤਵੇਂ ਮਹਾਰਾਜ ਗੁਰੂ ਤੇਗ ਬਹਾਦਰ ਜੀ ਨੂੰ ਮਿਲੇ। ਇੰਜ ਲੱਗਦਾ ਹੈ ਕਿ ਇਸ ਮੁਲਾਕਾਤ ਦੇ ਥੋੜਾ ਹੀ ਸਮੇਂ ਬਾਅਦ ਗੁਰੂ ਤੇਗ ਬਹਾਦਰ ਜੀ ਪਹਿਲੀ ਯਾਤਰਾ ਤੇ ਗਏ ਸਨ। ਭਾਈ ਗੁਰਦਾਸ ਜੀ ਦੂਜੇ, ਇਹ ਉਹ ਭਾਈ ਗੁਰਦਾਸ ਨੇ ਜਿਹੜੇ ਸ੍ਰੀ ਗੁਰੂ ਅਮਰਦਾਸ ਮਹਾਰਾਜ, ਸ੍ਰੀ ਗੁਰੂ ਰਾਮਦਾਸ ਮਹਾਰਾਜ, ਪੰਜਵੇਂ ਛੇਵੇਂ ਗੁਰੂ ਦੇ ਸਮੇਂ ਜੋ ਭਾਈ ਗੁਰਦਾਸ ਜੀ ਸਨ ਉਹ ਨਹੀਂ, ਇਹ ਦੂਸਰੇ ਨੇ। ਭਾਈ ਗੁਰਦਾਸ ਦੂਜੇ ਨੇ ਰਾਮਕਲੀ ਵਾਰ ਪਾਤਸ਼ਾਹੀ 10ਵੀਂ 22ਵੀਂ ਪੌੜੀ ਵਿੱਚ ਇਸੇ ਭਾਵ ਦਾ ਲਿਖਿਆ ਹੈ ਕਿ 8ਵੇਂ ਸੂਰਬੀਰ ਗੁਰੂ ਹਰਕ੍ਰਿਸ਼ਨ ਜੀ ਹਨ ਜਿਨ੍ਹਾਂ ਦਿੱਲੀ ਜਾ ਕੇ ਸਰੀਰ ਤਿਆਗਿਆ। ਗੁਰੂ ਨਾਨਕ ਦੀ ਜੋਤ ਨੇ ਬਾਲਕ ਰੂਪ ਵਿੱਚ ਕੌਤਕ ਕੀਤੇ ਅਤੇ ਸਹਿਜੇ ਹੀ ਸਰੀਰ ਤਿਆਗ ਕੇ ਜੋਤੀ ਜੋਤ ਸਮਾ ਗਏ। ਉਹ ਆਪਣੇ ਅਸੂਲਾਂ ਤੇ ਡਟੇ ਰਹੇ ਅਤੇ ਮੁਗਲਾਂ ਸਿਰ ਸੁਆਹ ਪਾਈ। ਸਮੇਂ ਦੀ ਹਕੂਮਤ ਦੇ ਬਾਦਸ਼ਾਹ ਔਰੰਗਜ਼ੇਬ ਅੱਗੇ ਨਾ ਝੁਕੇ ਅਤੇ ਸਿੱਖੀ ਸਨਮਾਨ ਨੂੰ ਆਂਚ ਨਾ ਆਉਣ ਦਿੱਤੀ। ਝਗੜਾ ਔਰੰਗਜ਼ੇਬ ਨੇ ਆਪੂ ਪਾਇਆ ਸੀ, ਉਸੇ ਦਾ ਨੁਕਸਾਨ ਹੋਇਆ। ਗੁਰੂ ਘਰ ਨੂੰ ਤਾਂ ਉਹ ਹਾਣ ਨਾ ਪਹੁੰਚਾ ਸਕਿਆ, ਪਰ ਆਪਣੀ ਕੁਲ ਜ਼ਰੂਰ ਨਾਸ ਕਰਾ ਲਈ। ਪੌੜੀ। ਹਰਿ ਕ੍ਰਿਸ਼ਨ ਭਇਓ ਅਸ਼ਟਮ ਬਲਵੀਰਾ, ਜਿਨ ਪਹੁੰਚ ਦਿੱਲੀ ਤਜਿਓ ਸਰੀਰਾ। ਬਾਲ ਰੂਪ ਧਰਿਓ ਸਵਾਂਗ ਰਚਾਏ, ਤਬ ਸਹਜੇ ਤਨ ਕੋ ਛੋੜ ਸਿਧਾਏ। ਇਉ ਮੁਗਲਨ ਸੀਸ ਪਰੀ ਬੋਛਾਰਾ, ਵੈ ਖੁਦ ਪਤ ਸਿਉ ਪਹੁੰਚੇ ਦਰਬਾਰਾ। ਔਰੰਗੇ ਇਹ ਬਾਦ ਰਚਾਇਓ, ਤਿਨ ਆਪਣਾ ਕੁਲ ਨਾਸ ਕਰਾਇਓ। ਇਉ ਠਹਿਕ ਠਹਿਕ ਮੁਗਲਾਂ ਸਿਰ ਛਾਰੀ, ਫੁਨ ਹੋਏ ਪਾਪੀ ਉਹ ਨਰਕ ਸਿਧਾਰੀ। ਵੈਸੇ ਸਿਧਾਂਤ ਵੀ ਇਹੀ ਹੈ ਕਿ ਜਿਹੜੇ ਲੋਕ ਧਰਮੀ ਲੋਕਾਂ ਦੇ ਨਾਲ ਵੈਰ ਪਾਉਂਦੇ ਨੇ ਨਾ, ਸਮਾਂ ਪਾ ਕੇ ਉਹ ਖੁਦ ਨਾਸ ਨੂੰ ਪ੍ਰਾਪਤ ਹੁੰਦੇ ਆ। ਧਰਮੀ ਲੋਕਾਂ ਨੂੰ ਤੰਗ ਕਰਨ ਵਾਲੇ ਲੋਕ ਆਪਣਾ ਤਾਂ ਨਾਸ ਕਰਾਉਂਦੇ ਆ, ਆਪਣੇ ਪਰਿਵਾਰਾਂ ਦਾ, ਬੱਚਿਆਂ ਦਾ ਵੀ ਬਹੁਤਾ ਨੁਕਸਾਨ ਕਰਾ ਬਹਿੰਦੇ। ਬੜਾ ਪਾਵਨ ਬਚਨ ਹੈ, ਗਰੀਬਾਂ ਉੱਪਰ ਜੇ ਖਿੰਚੈ ਦਾੜੀ, ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਪੂਰਾ ਨਿਆਉ ਕਰੈ ਕਰਤਾਰ, ਆਪਣੇ ਦਾਸ ਕੋ ਰਾਖਣ ਹਾਰ। ਭਾਈ ਨੰਦ ਲਾਲ ਜੀ ਨੇ ਬਹੁਤ ਸੁੰਦਰ ਕਿਹਾ ਕਿ ਉਸ ਦੇ ਨੇਕ ਨਾਮ ਵਾਲੀ ਤੇ ਸੱਚ ਦੇ ਥੇਵੇਂ ਵਾਲੀ ਜੜ ਹੈ। ਦੁਨੀਆ ਦੇ ਕਾਬਜ ਦਿਓ ਨੂੰ ਹਰਾ ਕੇ ਡੇਗ ਦੇਣ ਵਾਲੀ ਹੈ,
ਅਤੇ ਸੱਚਾਈ ਦਰਸਾਉਣ ਵਾਲੀ ਹੈ। ਰੇਸ ਦੇਵੀ ਤਖਤ ਉੱਪਰ ਪ੍ਰਧਾਨਗੀ ਪਦ ਤੇ ਵਿਰਾਜਮਾਨ ਹੋਣ ਵਾਲੀ ਹੈ। ਸ਼ਾਨ ਸ਼ੌਕਤ ਨਾਲ ਭਰੀ ਸੀਨ ਸ਼ੇਰਾਂ ਵਰਗੇ ਦੇਵਾਂ ਨੂੰ ਮਾਰ ਗਿਰਾਉਣ ਵਾਲੀ ਹੈ। ਅੰਤਮ ਨੂਨ ਹਰ ਦਿਲ ਅਤੇ ਜਾਨ ਦੀ ਤਾਜ਼ਗੀ ਅਤੇ ਸੁਗੰਧੀ ਵਧਾਉਣ ਵਾਲੀ ਅਤੇ ਰੱਬ ਦੀਆਂ ਨਿਆਮਤਾਂ ਦਾ ਨਿਕਟਵਰਤੀ ਮਿੱਤਰ ਹੈ। ਸੇਵਾ ਰਾਮ ਦੀਆਂ ਪਰਚੀਆਂ ਨੇ ਜ਼ਿਕਰ ਕੀਤਾ, ਜਦ ਔਰੰਗਜ਼ੇਬ ਨੇ ਜਿੱਦ ਹੀ ਪਕੜ ਲਈ ਦਰਸ਼ਨਾਂ ਦੀ, ਤਾਂ ਆਪ ਜੀ ਨੇ ਇੱਕ ਸ਼ਬਦ ਲਿਖ ਕੇ ਭੇਜਿਆ ਜੋ ਪਹਿਲਾਂ ਜ਼ਫਰਨਾਮਾ ਵੀ ਕਿਹਾ ਜਾ ਸਕਦਾ ਹੈ। ਸ਼ਬਦ ਵਿੱਚ ਉਹ ਹੀ ਚੋਟਾਂ ਜੋ ਪਿੱਛੋਂ 10ਵੇਂ ਪਾਤਸ਼ਾਹ ਨੇ ਆਪਣੇ ਜ਼ਫਰਨਾਮੇ ਵਿੱਚ ਮਾਰੀਆਂ ਹਨ ਔਰੰਗੇ ਨੂੰ। ਸ਼ਬਦ ਸੀ, ਕਿਆ ਖਾਧੈ ਕਿਆ ਪੈਦੇ ਹੋਏ, ਜਾਂ ਮਨ ਨਾਹੀ ਸੱਚਾ ਸੋਏ। ਕਿਆ ਮੇਵਾ ਕਿਆ ਗੁੜ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਚੈ ਭੋਗ ਵਿਲਾਸ। ਕਿਆ ਲਸਕਰ ਕਿਆ ਨੇਬ ਖਵਾਸੀ, ਆਵੈ ਮਹਿਲੀ ਵਾਸ। ਨਾਨਕ ਸੱਚੇ ਨਾਮ ਬਿਨ ਸਭੇ ਟੋਲ ਵਿਨਾਸ਼। ਗੁਰੂ ਤੇਗ ਬਹਾਦਰ ਜੀ ਇਲਾਹਾਬਾਦ ਤੋਂ ਮੁੜਦੇ ਭੱਟ ਵਹੀ ਪੂਰਬੀ ਦੱਖਣੀ ਅਨੁਸਾਰ ਦਿੱਲੀ ਧਰਮਸ਼ਾਲਾ ਭਾਈ ਕਲਿਆਣ ਦੇ ਘਰ ਠਹਿਰੇ। ਉੱਥੇ ਧਰਮਸ਼ਾਲਾ ਵਿੱਚ ਹੀ ਰਾਮ ਰਾਏ ਜੀ ਗੁਰੂ ਤੇਗ ਬਹਾਦਰ ਜੀ ਨੂੰ ਮਿਲੇ। ਇਹ ਵਾਰਤਾ 9ਵੇਂ ਮਹਾਰਾਜ ਜੀ ਦੇ ਗੁਰਤਾ ਗੱਦੀ ਤੋਂ ਪਹਿਲਾਂ ਦੀ ਹੈ। ਮਿਰਜ਼ਾ ਜੈ ਸਿੰਘ ਨੂੰ ਮਿਲਣ ਵੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਆਇਆ। ਰਾਏ ਸੈਨ ਪਿੰਡ ਜਿੱਥੇ 8ਵੇਂ ਮਹਾਰਾਜ ਜੀ ਠਹਿਰੇ ਹੋਏ ਸਨ, ਉੱਥੇ ਹੀ ਹੁਣ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਹੈ। ਤੇਗ ਬਹਾਦਰ ਜੀ ਗੁਰੂ ਹਰਕ੍ਰਿਸ਼ਨ ਜੀ ਦੇ ਦਰਸ਼ਨਾਂ ਨੂੰ ਵੀ ਉਸ ਸਮੇਂ ਗਏ ਸਨ। ਗੁਰੂ ਹਰ ਰਾਏ ਜੀ ਦੇ ਜੋਤੀ ਜੋਤ ਸਮਾਨ ਦੀ ਪਰਚਾਉਣੀ ਵੀ ਕੀਤੀ। ਆਪ ਜੀ ਛੇਤੀ ਹੀ ਬਾਬੇ ਬਕਾਲੇ ਵਾਪਸ ਆ ਗਏ। ਇੰਜ ਲੱਗਦਾ ਕਿ 8ਵੇਂ ਮਹਾਰਾਜ ਨੇ ਹੁਕਮ ਕੀਤਾ ਸੀ ਕਿ ਹੁਣ ਬਕਾਲੇ ਚਲੇ ਜਾਣ। ਤੇਗ ਬਹਾਦਰ ਜੀ ਦੇ ਦਿੱਲੀ ਤੋਂ ਵਾਪਸ ਮੁੜਨ ਤੋਂ ਕੁਝ ਦਿਨਾਂ ਉਪਰੰਤ ਹੀ 8ਵੇਂ ਮਹਾਰਾਜ ਜੀ ਦਿੱਲੀ ਦੀਆਂ ਗਲੀਆਂ ਕੂਚਿਆਂ ਵਿੱਚ ਜਾ ਜਾ ਕੇ ਬਿਮਾਰੀਆਂ ਦੇ ਦੁੱਖ ਦੂਰ ਕਰਦੇ ਰਹੇ। ਆਪ ਜੀ ਤੇ ਵੀ ਚੀਚਕ ਦਾ ਹਮਲਾ ਹੋ ਗਿਆ। ਬਿਮਾਰੀ ਦਾ ਹਮਲਾ ਸਖਤ ਸੀ। ਘੂਕੀ ਵੱਜ ਗਈ। 5 ਦਿਨ ਇਸੇ ਹਾਲਤ ਵਿੱਚ ਰਹੇ। 5 ਦਿਨਾਂ ਮਗਰੋਂ ਜਦ ਗੁਰੂ ਜੀ ਨੇ ਅੱਖ ਖੋਲੀ ਤਾਂ ਸੰਗਤਾਂ ਨੇ ਥਾਲ, ਨਾਰੀਅਲ, 5 ਪੈਸੇ ਰੱਖ ਪੁੱਛਿਆ ਕਿ ਗੁਰਗੱਦੀ ਦੀ ਜ਼ਿੰਮੇਦਾਰੀ ਕਿਸ ਨੂੰ ਦੇ ਚੱਲੇ ਹੋ। ਤਾਂ ਆਪ ਜੀ ਨੇ ਸੂਰਜ ਪ੍ਰਕਾਸ਼ ਦੇ ਕਥਨ ਅਨੁਸਾਰ ਆਪਣਾ ਸੱਜਾ ਹੱਥ ਉਠਾਇਆ, 3 ਵਾਰੀ ਗੁਲਕਾਰ ਹੱਥ ਘੁਮਾਇਆ, ਅਰਥਾਤ ਹੱਥ ਨੂੰ ਘੁਮਾਉਂਦੇ ਮਹਾਰਾਜ, ਅਤੇ ਮੁੱਖੋਂ ਬਾਬਾ ਬਕਾਲਾ ਫਰਮਾਇਆ। ਫਿਰ ਸੀਸ ਝੁਕਾਇਆ। ਬਾਬਾ ਬਸੈ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ। ਭਾਈ ਸੇਵਾ ਰਾਮ ਦੀਆਂ ਪਰਚੀਆਂ ਵਿੱਚ ਲਿਖਿਆ ਕਿ ਆਪ ਜੀ ਨੇ ਫਿਰ ਮੁੱਠ ਮੀਚ ਲਈ, ਜਿਸ ਦਾ ਭਾਵ ਸੀ ਕਿ ਇੱਕ ਮੁੱਠ ਰਹਿਣਾ। ਗੁਲਾਬ ਸਿੰਘ ਨੇ 8ਵੀਂ 9ਵੀਂ ਪਾਤਸ਼ਾਹੀ ਦੇ ਸ਼ਹੀਦੀ ਪ੍ਰਸੰਗ ਵਿੱਚ ਲਿਖਿਆ ਕਿ ਗੁਰੂ ਜੀ ਨੇ ਫਰਮਾਇਆ, ਅਬ ਬਾਬਾ ਜੀ ਬੀਚ ਬਕਾਲੇ ਭਏ, ਸਭ ਸੰਗਤ ਧਰ ਸਣੇ ਜਿਓ। ਮਹਿਮਾ ਪ੍ਰਕਾਸ਼ ਦੀ ਗਵਾਹੀ ਹੈ ਕਿ ਸੰਗਤਾਂ ਨੇ ਜਦ ਪੁੱਛਿਆ, ਹਮ ਕਿਤ ਬਿਧ ਨਿਤ ਦਰਸ਼ਨ ਕਰੇ, ਕਿਮ ਕਰ ਚਰਨ ਗੁਰ ਸੇਵ। ਅਬ ਕਹਾਂ ਜੋਤ ਪ੍ਰਗਟ ਧਰੈ, ਦੀਜੈ ਦਰਸ਼ਨ ਭੇਵ। ਸੰਗਤਾਂ ਦੀ ਅਰਜ਼ੋਈ ਸੁਣ ਕੇ ਸਤਿਗੁਰੂ ਜੀ ਨੇ ਬਖਸ਼ਿਸ਼ ਦੇ ਘਰ ਵਿੱਚ ਆਏ ਤੇ ਬਚਨ ਕੀਤਾ, ਅਬ ਜਾਏ ਦਰਸ਼ਨ ਤੁਮ ਕਰ ਬਕਾਲ, ਤਹਾਂ ਰਹੇ ਬਾਬਾ ਜੀ ਦੀਨ ਦਿਆਲ। ਇਹ ਫਰਮਾ ਕੇ 8ਵੇਂ ਮਹਾਰਾਜ ਨੇ ਫਿਰ ਸਮਾਧੀ ਲਾ ਲਈ। ਇਸ ਤਰ੍ਹਾਂ ਜੋਤੀ ਵਿੱਚ ਜੋਤ ਰਲ ਗਈ। ਜਿਵੇਂ ਸੂਰਜ ਛਿਪਣ ਵੇਲੇ ਹੌਲੀ ਹੌਲੀ ਸੂਰਜ ਆਪਣੀ ਰੋਸ਼ਨੀ ਸੰਕੋਚਦਾ ਹੈ। ਦਾਦੀ ਮਾਤਾ ਬੱਸੀ ਜੀ ਨੇ ਭਾਈ ਬਹਿਲੋ ਜੀ ਦੀ ਸੰਤਾਨ ਦੇ ਭਾਈ ਗੁਰਦਾਸ ਜੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕਰਨ ਦੇ ਲਈ ਬਚਨ ਕੀਤਾ। ਭਾਈ ਕੇਸਰ ਸਿੰਘ ਜੀ ਨੇ ਬੰਸਾਵਲੀ ਨਾਮੇ ਵਿੱਚ ਲਿਖਿਆ ਹੈ,
ਵਕਤ ਚਲਾਣੇ ਸਿੱਖਾਂ ਕੀਤੀ ਅਰਦਾਸ, ਗਰੀਬ ਨਿਵਾਜ ਸੰਗਤ ਛੱਡੀ ਕਿਸ ਪਾਸ। ਉਸ ਵਕਤ ਬਚਨ ਕੀਤਾ ਬਾਬੇ ਬਕਾਲੇ, ਆਪ ਗਏ ਸੁਰਪੁਰ ਦਹਿ ਜਲਾਈ ਧਨ ਚੰਦਨ ਨਾਲੇ। ਇਹ ਘਟਨਾ 30 ਮਾਰਚ 1664 ਨੂੰ ਹੋਈ। ਸੋ ਕਿਸੇ ਦਾ ਕਹਿਣਾ ਹੈ ਕਿ ਅਨਿਸ਼ਚਿਤ ਵਾਕ ਸਨ, ਨਿਰਮੂਲ ਸਨ। ਇਹ ਬਚਨ ਉਚਾਰਨ ਵੇਲੇ ਬਕਾਲੇ ਵਿਖੇ ਰਿਸ਼ਤੇ ਵਿੱਚ ਕੋਈ ਹੋਰ ਬਾਬਾ ਜਾਂ ਇੱਥੋਂ ਤੱਕ ਕੋਈ ਹੋਰ ਸੋਢੀ ਵੀ ਨਹੀਂ ਸਨ। ਉਹਨਾਂ ਨੇ ਆਪਣੇ ਬਾਬਾ ਦਾਦਾ ਗੁਰਦਿੱਤਾ ਜੀ ਦੇ ਭਰਾ ਕੇਵਲ ਸ੍ਰੀ ਗੁਰੂ ਤੇਗ ਬਹਾਦਰ ਜੀ ਸਨ। ਇੱਕ ਰਿਸ਼ਤੇ ਵਿੱਚ ਬਾਬਾ ਦੂਜੇ ਹੁਣੇ ਹੀ ਦਿੱਲੀ ਤੋਂ ਹੋ ਕੇ ਬਕਾਲੇ ਗਏ ਸਨ ਨੌਵੇਂ ਮਹਾਰਾਜ, ਅਤੇ ਤੀਜੇ ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਬਖਸ਼ਿਸ਼ ਦੇ ਹੁਕਮ ਵੀ ਕਰ ਗਏ ਸਨ। ਅਦਬ ਨਾਲ ਬਾਬਾ ਅਤੇ ਥਾਂ ਬਕਾਲਾ ਹੀ ਕਹਿਣਾ ਫਬਦਾ ਹੈ। ਇਹ ਸੁਣ ਕੇ ਹੀ ਕਈ ਦਾਅਵੇਦਾਰ ਉੱਥੇ ਪੁੱਜ ਗਏ। ਬੰਸਾਵਲੀ ਨਾਮੇ ਦੇ ਲਖਾਰੀ ਭਾਈ ਕੇਸਰ ਸਿੰਘ ਛਿੱਬਰ ਨੇ ਢੁਕਵੀਆਂ ਦਲੀਲਾਂ ਦਿੱਤੀਆਂ ਕਿ ਧੀਰ ਮੱਲਿਆਂ ਦੀ ਉਕਤੀ ਵੀ ਗਲਤ ਸੀ। ਧੀਰ ਮੱਲੀ ਇਹ ਕਹਿ ਰਿਹਾ ਸੀਗਾ, ਗੁਰਿਆਈ ਹੈ ਅਸਾਡੀ ਹਰ ਕ੍ਰਿਸ਼ਨ ਜੋ ਕਹਿਆ ਬਾਬੇ ਬਕਾਲੇ, ਅਸੀਂ ਬਾਬੇ ਹਾਂ ਆਦੀ ਬਾਬੇ ਗੁਰਦਿੱਤਾ ਦੀ ਅਸੀਂ ਔਲਾਦ, ਤੇਗ ਬਹਾਦਰ ਪੰਜਵੀਂ ਜਗ੍ਹਾ ਅਸੀਂ ਬਾਬੇ ਆਦ। ਬੰਸਾਵਲੀ ਨਾਮੇ ਵਿੱਚ ਇਹ ਵੀ ਲਿਖਿਆ ਹੈ ਕਿ ਧੀਰਮਲ ਭੁੱਲ ਗਿਆ ਕਿ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਨੇ ਮੋਇਆ ਬਾਬਾ ਕਿਹਾ ਹੈ, ਨਾ ਕਿ ਜਿੰਦਾ। ਬਾਬਾ ਗੁਰਦਿੱਤਾ ਜੀ ਬਹੁਤ ਚਿਰ ਹੋ ਗਏ ਚੜ੍ਹਾਈ ਕਰ ਗਏ ਸਨ। ਬਾਬੇ ਬਕਾਲੇ ਜੋ ਉਨ ਕਿਹਾ, ਸੋ ਜੀਵਦਾ ਕੇ ਮੋਹੇ ਬਹਿ ਰਿਹਾ। ਬਾਬਾ ਗੁਰਦਿੱਤਾ ਤਾਂ ਸਵਰਗ ਸਿਧਾਏ, ਬੈਠਾ ਸਲਾਮਤ ਬਾਬਾ ਤੇਗ ਬਹਾਦਰ ਆਏ। ਭੱਟ ਵਹੀ ਭਾਸੋ ਪਰਗਨਾ ਥਨੇਸਰ ਅਨੁਸਾਰ। ਇਹ ਸਾਧ ਸੰਗਤ ਜੀ ਜਿੰਨੇ ਵੀ ਆਪ ਜੀ ਨੂੰ ਦਾਸ ਪੜ੍ਹ ਕੇ ਸੁਣਾ ਰਹੇ ਆ ਨਾ, ਇਹ ਪੁਸ਼ਟੀ ਕਰਦੇ ਪਏ ਨੇ ਕਿ 8ਵੇਂ ਮਹਾਰਾਜ ਨੇ ਜੋ ਗੁਰਗੱਦੀ ਬਖਸ਼ਿਸ਼ ਕੀਤੀ ਹੈ, ਉਹ 9ਵੇਂ ਅਰਥਾਤ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਬਖਸ਼ਿਸ਼ ਕੀਤੀ ਹੈਗੀ। ਹੋਰ ਵੀ ਬਹੁਤ ਗੁਰਮੁਖ ਵਿਦਵਾਨਾਂ ਨੇ ਇਸ ਤਰ੍ਹਾਂ ਦੇ ਪ੍ਰਮਾਣ ਦਿੱਤੇ ਨੇ। ਗੁਰੂ ਹਰਕ੍ਰਿਸ਼ਨ ਜੀ ਭਾਵੇਂ ਸਪਸ਼ਟ ਸ਼ਬਦਾਂ ਵਿੱਚ ਹੁਕਮ ਕਰਕੇ ਗੁਰਗੱਦੀ ਦੀ ਜ਼ਿੰਮੇਵਾਰੀ ਗੁਰੂ ਤੇਗ ਬਹਾਦਰ ਜੀ ਨੂੰ ਸੌਂਪ ਗਏ ਸਨ ਅਤੇ 5 ਪੈਸੇ ਨਰੇਲ ਵੀ ਭਾਈ ਦਰਗਾਹ ਮੱਲ ਨੂੰ ਦੇ ਗਏ ਕਿ ਪਹੁੰਚਾ ਕੇ ਮੱਥਾ ਟੇਕਣਾ। ਪਰ ਬਾਬਾ ਬਕਾਲਾ ਪਹੁੰਚਦਿਆਂ ਭਾਈ ਜੀ ਨੇ ਕੁਝ ਚਿਰ ਲਗਾ ਹੀ ਦਿੱਤਾ। ਭਾਈ ਜੀ ਨੇ ਇਹ ਸਮਝਿਆ ਕਿ ਸਰਬ ਸੰਗਤਾਂ ਨੂੰ ਖਬਰ ਪੁੱਜ ਜਾਏ ਤਾਂ ਹੀ ਭਰੀ ਸੰਗਤ ਵਿੱਚ ਇਹ ਮਰਿਆਦਾ ਜਾ ਕੇ ਨਿਭਾਈ ਜਾਏ। ਸੰਗਤਾਂ ਭਾਈ ਦਰਗਾਹ ਮੱਲ ਜੀ ਨੂੰ ਕਿਹਾ ਵੀ ਲੱਗਦਾ ਹੈ ਕਿ ਹੁਣ ਬਾਬਾ ਬਕਾਲਾ ਚੱਲ ਕੇ ਉੱਥੇ ਉੱਠ ਰਹੇ ਵਾਦ ਨੂੰ ਮਕਾਉਣ। ਭਾਈ ਦਰਗਾਹ ਮੱਲ ਜੀ ਕਹਿੰਦੇ ਸਨ ਕਿ ਬਾਦ ਕਾਹਦਾ, ਗੱਦੀ ਗੁਰੂ ਤੇਗ ਬਹਾਦਰ ਜੀ ਨੂੰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਗਏ ਹਨ। ਦਰਗਾਹ ਮੱਲ ਕਹਿਆ, ਵੱਡਾ ਦਰਬਾਰ ਹੈ ਤੇਗ ਬਹਾਦਰ, ਜੋ ਬਾਬਾ ਬੈਠਾ ਸਲਾਮਤ ਹਾਜ਼ਰ। ਵਿੱਚ ਬਕਾਲੇ ਜਿਸ ਦਾ ਦਰਬਾਰ, ਸਭ ਚੱਲ ਕਰੀਏ ਉੱਥੇ ਜੋਹਾਰ। ਜੋਹਾਰ ਦਾ ਮਤਲਬ ਹੁੰਦਾ ਹੈ ਕਿ ਨਮਸਕਾਰ ਕਰਨਾ। ਭਾਈ ਦਰਗਾਹ ਮੱਲ ਭੱਟ ਵਹੀ ਤਲੋਂਡਾ ਮੁਤਾਬਕ 11 ਅਗਸਤ 1664 ਨੂੰ ਹੀ ਬਾਬਾ ਬਕਾਲੇ ਪਹੁੰਚੇ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ 30 ਮਾਰਚ 1664 ਨੂੰ ਜੋਤੀ ਜੋਤ ਸਮਾ ਗਏ। ਮਹਾਰਾਜ ਮਾਰਚ ਦੇ ਵਿੱਚ ਜੋਤੀ ਜੋਤ ਸਮਾਉਂਦੇ ਹੈ, ਇਹ ਪਹੁੰਚਦੇ ਅਗਸਤ ਦੇ ਵਿੱਚ। ਇੰਨੇ ਮਹੀਨੇ ਦਾ ਗੈਪ, ਅਰਥਾਤ 4.5 ਮਹੀਨਿਆਂ ਦਾ ਗੈਪ। ਤੇ ਇਸ ਸਮੇਂ ਦੇ ਵਿੱਚ ਜਿੰਨੇ ਵੀ ਗੁਰੂ ਘਰ ਦੇ ਦੋਖੀ ਸਨ, ਸਾਜ਼ਸੀ ਸਨ, ਦਾਅਵੇਦਾਰ ਸਨ, ਉਹਨਾਂ ਨੂੰ ਬੜਾ ਸਮਾਂ ਮਿਲਿਆ ਮਨਮਾਨੀਆਂ ਕਰਨ ਦਾ। ਸੰਗਤ ਬੜੀ ਵਿਆਕੁਲ ਹੋ ਗਈ। ਇਹ ਤਾਂ ਸਾਧ ਸੰਗਤ ਜੀ ਧੁਰ ਤੋਂ ਹੀ ਆਉਂਦਾ ਹੈਗਾ ਕਿ ਜਿਹੜੇ ਦੋਖੀ ਹੁੰਦੇ ਨੇ ਨਾ, ਉਹ ਮਨਮਾਨੀਆਂ ਕਰਦੇ ਨੇ, ਤੇ ਇਹਦੇ ਵਿੱਚ ਜਿਹੜੇ ਧਰਮੀ ਹੁੰਦੇ ਨੇ ਉਹ ਵਿਆਕੁਲ ਹੋ ਜਾਂਦੇ ਆ। ਪਰ ਜਿਹਦਾ ਹੱਕ ਹੈ ਉਹਨੂੰ ਮਿਲਣਾ ਹੀ ਮਿਲਣਾ ਹੈ। ਇਹ ਨਹੀਂ ਕਿ ਜਿਹੜੇ ਝੂਠੇ ਨੇ, ਅਧਰਮੀ ਨੇ, ਸਾਜ਼ਸ਼ੀ ਨੇ, ਅਗਰ ਉਹ ਆਪਣਾ ਹੱਕ ਜਤਾਉਣ, ਰੋਲਾ ਰੱਪਾ ਪਾਉਣ, ਲੋਕਾਂ ਦੇ ਵਿੱਚ ਆਪਣੀ ਐਡਵਰਟਾਈਜ਼ਮੈਂਟ ਕਰਨ, ਉਹ ਉਹਦੇ ਮਾਲਕ ਹੋ ਜਾਣਗੇ। ਦੇਣ ਵਾਲਾ ਪਰਮਾਤਮਾ,
ਲੈਣ ਵਾਲਾ ਅਧਿਕਾਰੀ ਹੈ। ਵਿੱਚ ਜਿੰਨਾ ਮਰਜੀ ਕੋਈ ਸਾਧ ਸੰਗਤ ਜੀ ਰੋਲਾ ਰੱਪਾ ਪਾਵੇ, ਡਿਸਟਰਬ ਕਰੇ, ਕੁਝ ਨਹੀਂ ਹੋ ਸਕਦਾ। ਕਿਉਂਕਿ ਜਦੋਂ ਪਰਮਾਤਮਾ ਦੀ ਕਲਮ ਚੱਲਦੀ ਹੈ ਨਾ, ਫਿਰ ਸੰਸਾਰੀਆਂ ਦੀਆਂ ਕਲਮਾਂ ਖੁੰਡੀਆਂ ਪੈ ਜਾਂਦੀਆਂ। ਮਸੰਦ ਸੰਗਤਾਂ ਨੂੰ ਵਰਗਲਾ ਕੇ ਖੂਬ ਲਾਭ ਉਠਾਉਣ ਲੱਗੇ। ਸਿਆਣੇ ਸਿੱਖ ਦੁਖੀ ਹੋ ਗਏ, ਬਹੁਤ ਰੌਲਾ ਪੈ ਗਿਆ। ਸੰਗਤਾਂ ਦੀ ਆਤਮਿਕ ਤ੍ਰਿਪਤੀ ਨਹੀਂ ਸੀ ਹੋ ਰਹੀ। ਜਿਸ ਦਾ ਜਿਸ ਨਾਲ ਮੇਲ ਸੀ, ਉਸ ਦੀ ਉਹ ਸਿਫਤ ਕਰਦਾ ਤੇ ਲੈ ਜਾਂਦਾ ਅਤੇ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਕਹਿੰਦਾ। ਹੁਣ ਸੰਗਤਾਂ ਦੀ ਆਤਮ ਤ੍ਰਿਪਤੀ ਕਿਉਂ ਨਹੀਂ ਹੁੰਦੀ? ਕਿਉਂਕਿ ਆਤਮ ਤ੍ਰਿਪਤੀ ਹੁੰਦੀ ਹੈ ਉਹਦੇ ਬਚਨਾਂ ਨੂੰ ਸੁਣ ਕੇ, ਜਿਹਦੇ ਬਚਨ ਅਨੁਭਵੀ ਹੋਣ, ਜਿਹੜਾ ਖੁਦ ਵਿਕਾਰਾਂ ਤੋਂ ਉੱਪਰ ਹੋਵੇ, ਜਿਹਨੂੰ ਕੋਈ ਲੋਭ ਲਾਲਚ ਨਾ ਹੋਵੇ। ਇੱਥੇ ਜਿੰਨੀਆਂ ਮੰਜੀਆਂ ਲੱਗੀਆਂ, ਜਿੰਨੇ ਗੁਰੂ ਬਣੇ ਆ, ਸਭ ਵਿਕਾਰੀ। ਧਨ ਪ੍ਰਾਪਤ ਹੋਵੇ, ਸੋਨਾ ਪ੍ਰਾਪਤ ਹੋਵੇ, ਮੱਥੇ ਟਿਕਣ, ਖੁਦ ਇੱਛਾਵਾਂ ਦੇ ਭਰੇ ਨੇ ਤੇ ਸੰਗਤ ਨੂੰ ਫਿਰ ਨਿਰ ਇੱਛਾ ਕਿਵੇਂ ਕਰ ਦੇਣਗੇ? ਖੁਦ ਆਪਣੇ ਦੁੱਖ ਭਰਿਆ ਤੇ ਦੱਸੋ ਫਿਰ ਸੰਗਤ ਨੂੰ ਸੁੱਖ ਕਿਵੇਂ ਦੇ ਸਕਦੇ ਆ? ਖੁਦ ਆਤਮ ਤ੍ਰਿਪਤੀ ਨਹੀਂ ਤੇ ਸੰਗਤ ਨੂੰ ਕਿਵੇਂ ਤ੍ਰਿਪਤ ਕਰ ਦੇਣਗੇ? ਸੰਗਤ ਜੀ, ਜਿੰਨੀਆਂ ਵੀ ਸੰਗਤਾਂ ਆਉਂਦੀਆਂ ਸਨ, ਦੂਰ ਤੋਂ ਨੇੜੇ ਤੋਂ ਚੱਲ ਕੇ ਧਨ ਪਦਾਰਥ ਦੇ ਦਿੰਦੀਆਂ, ਪਰ ਆਨੰਦ ਵਰਗੀ ਵਸਤ ਕਿਸੇ ਨੂੰ ਪ੍ਰਾਪਤ ਨਹੀਂ ਹੁੰਦੀ ਹੈਗੀ। ਕਿਉਂਕਿ ਗੁਰੂ ਨਾਨਕ ਪਾਤਸ਼ਾਹ ਤੋਂ ਲੈ ਕੇ 8ਵੇਂ ਪਾਤਸ਼ਾਹ ਤੱਕ ਸੰਗਤਾਂ ਜਦੋਂ ਵੀ ਆਈਆਂ, ਮੱਥਾ ਟੇਕਦੀਆਂ, ਬਚਨ ਤਾਂ ਹਜੇ ਸੁਣਨੇ ਬੜੀ ਦੂਰ ਦੀ ਗੱਲ ਸੀ, ਗੁਰੂ ਸਾਹਿਬ ਦੇ ਦਰਸ਼ਨ ਕਰਕੇ ਹੀ ਬੜਾ ਆਨੰਦ ਆਉਂਦਾ ਸੀਗਾ। ਜਿਸ ਮਿਲਿਆ ਮਨ ਹੋਤ ਆਨੰਦ ਸੋ ਸਤਿਗੁਰ ਕਹੀਐ, ਮਨ ਕੀ ਦੁਬਦਾ ਬਿਨ ਸਜਾਏ ਹਰ ਪਰਮ ਪਦ ਲਈਐ। ਸਾਧ ਸੰਗਤ ਜੀ, ਦਰਸ਼ਨ ਕਰਨ ਦੀ ਗੱਲ ਤਾਂ ਬਹੁਤ ਵੱਡੀ ਹੈ। ਜਦੋਂ ਸੰਗਤ ਗੁਰੂ ਘਰ ਦੇ ਵਿੱਚ ਪ੍ਰਵੇਸ਼ ਕਰਦੀ ਸੀ, ਇਤਨਾ ਗੁਰੂ ਦਾ ਪ੍ਰਭਾਵ ਕਿ ਪ੍ਰਵੇਸ਼ ਕਰਦੇ ਮਨ ਨੂੰ ਸ਼ਾਂਤੀ ਮਿਲਦੀ ਸੀ, ਪਰ ਹੁਣ ਉਹ ਨਹੀਂ ਮਿਲ ਰਹੀ। ਇਸ ਕਰਕੇ ਸੰਗਤਾਂ ਬਹੁਤ ਜ਼ਿਆਦਾ ਪਰੇਸ਼ਾਨ ਹੁੰਦੀਆਂ ਨੇਗੀਆਂ। ਜੋ ਆਤਮ ਆਨੰਦ ਮਿਲਦਾ ਸੀ ਉਹ ਨਹੀਂ ਮਿਲ ਰਿਹਾ। ਸੰਗਤ ਤਾਂ ਹੁਣ ਕਹਿਣ ਵੀ ਲੱਗ ਪਈਆਂ ਸਨ ਕਿ ਸੱਚਾ ਗੁਰੂ ਕਿਧਰੇ ਅਲੋਪ ਹੋ ਗਿਆ ਹੈ। ਲੈਣ ਨੂੰ ਤਾਂ ਸਾਰੇ ਸ਼ੇਰ ਹਨ, ਪਰ ਸਿੱਖਾਂ ਦੇ ਦੁਖੜੇ ਹਰਨ ਵੇਲੇ ਗਿੱਦੜਾਂ ਨਿਆਈ ਹੋ ਜਾਂਦੇ ਆ। ਦਾਸ ਕੀ ਸਹਾਇਤਾ ਕਾਲ, ਕੌਣ ਕਰੈ ਬਿਨ ਹੈ ਸਭੈ ਸਿਆਲ। ਕੈਸੀ ਸੁੰਦਰ ਉਦਾਹਰਨ ਭਾਈ ਸੰਤੋਖ ਸਿੰਘ ਜੀ ਨੇ ਦਿੱਤੀ ਹੈ ਕਿ ਕੋਈ ਨੱਠ ਰਾਜਾ ਬਣ ਬੈਠੇ ਤਾਂ ਉਸ ਦਾ ਹੁਕਮ ਕੌਣ ਮੰਨੇਗਾ? ਐਸੀ ਹਾਲਤ ਸੋਢੀਆਂ ਦੀ ਸੀ। ਸਭ ਗੁਰੂ ਬਣ ਬੈਠੇ, ਜਮ ਨਟ ਚੱਕਰ ਵਰਤ ਬਨ ਜਾਏ, ਕੋ ਆਇਸ ਮਾਨੈ ਹਿਤ ਲਾਏ। ਗੁਰੂ ਤੇਗ ਬਹਾਦਰ ਜੀ ਅੰਤਰ ਬਿਰਤੀ ਹੋਣ ਕਾਰਨ ਨਾ ਕੋਈ ਢੰਡੋਰਾ ਪਿੱਟ ਰਹੇ, ਨਾ ਕਿਸੇ ਨੂੰ ਕਹਿੰਦੇ ਐ, ਬਹੁਤਾ ਸਮਾਂ ਚੁੱਪ ਹੀ ਰਹਿੰਦੇ ਐ। ਸਾਧ ਸੰਗਤ ਜੀ, ਸਿੱਧੀ ਜੀ ਗੱਲ ਹੈ, ਜਦੋਂ ਸੰਸਾਰ ਦੇ ਵਿੱਚ ਬਹੁਤਾ ਉਤਾਰ ਚੜਾ ਆ ਰਿਹਾ ਹੋਵੇ ਨਾ, ਕੋਈ ਤੰਗ ਕਰ ਰਿਹਾ ਹੋਵੇ, ਚੁੱਪ ਕਰਕੇ ਬੰਦਗੀ ਕਰੇ ਬੰਦਾ, ਆਪਣਾ ਕਰਮ ਕਰੇ। ਕਿਉਂਕਿ ਜਿਹੜੇ ਬੰਦਗੀ ਕਰਨ ਵਾਲੇ ਜਦੋਂ ਚੁੱਪ ਕਰ ਜਾਂਦੇ ਨੇ ਨਾ, ਫਿਰ ਉਹਨਾਂ ਦਾ ਮਾਲਕ ਬੋਲਦਾ, ਉਹ ਪ੍ਰਮਾਤਮਾ ਬੋਲਦਾ। ਤੇ ਜਦੋਂ ਪਰਮੇਸ਼ਰ ਬੋਲਦਾ ਨਾ, ਫਿਰ ਐਸੇ ਦੋਖੀਆਂ ਨੂੰ ਨਾ ਬੋਲਣ ਜੋਗਾ ਨਹੀਂ ਛੱਡਦਾ। ਕਈ ਵਾਰੀ ਘੋੜੀ ਚੜ ਬਾਹਰ ਜ਼ਰੂਰ ਨਿਕਲਦੇ। ਜਿੱਥੇ ਅੱਜ ਕੱਲ ਗੁਰਦੁਆਰਾ ਆਕੀਆਨਾ ਸਾਹਿਬ ਹੈ, ਆ ਟਿਕਦੇ, ਪਰ ਲੋਕੀ ਉਹਨਾਂ ਨੂੰ ਵੀ ਇੱਕ ਸੋਢੀ ਸਮਝ ਕੇ ਦੂਰੋਂ ਹੀ ਨਮਸਕਾਰ ਕਰ ਛੱਡਦੇ। ਧੀਰਮੱਲ ਨੇ ਬਾਬਾ ਬਕਾਲੇ ਅੱਤ ਚੁੱਕੀ ਹੋਈ ਸੀ। ਉਸ ਦਾ ਨਾਂ ਜ਼ਰੂਰ ਧੀਰਮੱਲ ਸੀ, ਪਰ ਉਹ ਅੱਗ ਬਗੋਲਾ ਹੋਇਆ ਫਿਰਦਾ ਸੀ। ਧੀਰਜ ਦੀ ਮੂਰਤ ਤਾਂ ਕੇਵਲ ਗੁਰੂ ਤੇਗ ਬਹਾਦਰ ਜੀ ਮਹਾਰਾਜ ਸਨ। ਕਿਉਂਕਿ ਜਿਹੜੇ ਮਾਲਕ ਨੇ ਕਿ ਉਹ ਚੁੱਪ ਕਰਕੇ ਬੈਠੇ ਆ, ਕਿਸੇ ਨੂੰ ਕਹਿ ਨਹੀਂ ਰਹੇ। ਹੁਣ ਜਿਹੜਾ ਮਾਲਕ ਨਹੀਂ ਹੈਗਾ, ਉਹ ਆਪਣੀ ਮਲਕੀਅਤ ਦਾ ਢੰਡੋਰਾ ਪਿੱਟ ਰਿਹਾ ਕਿ ਲੋਕਾਂ ਨੂੰ ਪਤਾ ਲੱਗ ਜੇ ਕਿ ਮੈਂ ਮਾਲਕ ਹਾਂ, ਮੈਂ ਗੁਰੂ ਹਾਂ। ਸੋ ਸਾਧ ਸੰਗਤ ਜੀ, ਕਿਸੇ ਦੇ ਰੋਲਾ ਪਾਉਣ ਦੇ ਨਾਲ ਕੋਈ ਮਾਲਕ ਨਹੀਂ ਜੇ ਬਣ ਜਾਂਦਾ, ਜਦ ਤੱਕ ਉਹ ਮਾਲਕ ਨਾ ਹੋਵੇ। ਮਾਤਾ ਨਾਨਕੀ ਜੀ ਇਸ ਸਮੇਂ ਬਹੁਤ ਹੀ ਸੰਭਲ ਕੇ ਤੁਰ ਰਹੇ ਸਨ ਅਤੇ ਧੀਰਮੱਲ ਦੀ ਹਰ ਚਾਲ ਤੇ ਨਜ਼ਰ ਰੱਖਦੇ। ਉਹਨਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਗੁਰੂ ਹਰਗੋਬਿੰਦ ਜੀ ਦੇ ਹੁਕਮਾਂ ਤੇ ਬਖਸ਼ਿਸ਼ ਦੇ ਫਲ ਦੇਣ ਦਾ ਸਮਾਂ ਨਜ਼ਦੀਕ ਆ ਗਿਆ। ਬੇਟੇ ਤੇਗ ਬਹਾਦਰ ਵਿੱਚ ਖਿਮਾ, ਸਦਾ ਪ੍ਰਸੰਨ ਅਤੇ ਅੰਤਰਮੁਖ ਦੀ ਜੋ ਬ੍ਰਿਤੀ ਪ੍ਰਗਟ ਹੈ,
ਇਹੀ ਗੁਰੂ ਦੇ ਲੱਛਣ ਨੇ। ਜ਼ਰੂਰੀ ਨਹੀਂ ਹੁੰਦਾ ਕਿ ਜਿੰਨਾ ਜ਼ਿਆਦਾ ਰੌਲਾ ਪਾਇਆ ਜਾਏਗਾ, ਜਿੰਨਾ ਜ਼ਿਆਦਾ ਪਖੰਡ ਕੀਤਾ ਜਾਏਗਾ, ਜਿੰਨਾ ਜ਼ਿਆਦਾ ਲੋਕਾਂ ਨੂੰ ਮਗਰ ਲਾਇਆ ਜਾਏਗਾ, ਉਨੀ ਛੇਤੀ ਪਦ ਦੀ ਪ੍ਰਾਪਤੀ ਹੋਏਗੀ। ਨਹੀਂ, ਬੰਦਗੀ ਕਰੇ, ਨਾਮ ਜਪੇ, ਕਰਮ ਕਰੇ ਸਹੀ, ਪਰਮਾਤਮਾ ਨੇ ਆਪ ਹੀ ਬਖਸ਼ਿਸ਼ ਕਰ ਦੇਣਾ। ਦੇਖੋ, 6ਵੇਂ ਮਹਾਰਾਜ ਨੇ ਕਿੰਨਾ ਚਿਰ ਪਹਿਲਾਂ ਬਚਨ ਕੀਤਾ। ਗੁਰੂ ਤੇਗ ਬਹਾਦਰ ਮਹਾਰਾਜ 2 ਦਹਾਕਿਆਂ ਤੋਂ ਵੱਧ ਬਾਬਾ ਬਕਾਲਾ ਰਹੇ ਨੇਗੇ। ਕੋਈ ਇਤਿਹਾਸਕਾਰ 26 ਸਾਲ ਦੇ ਆਸ-ਪਾਸ ਲਗਭਗ ਸਮਾਂ ਲਿਖਦੇ, ਕੋਈ 26.5, ਕੋਈ 27, ਕੋਈ 25, ਲਗਭਗ 26 ਦੇ ਆਸ-ਪਾਸ ਮੰਨ ਕੇ ਚੱਲਦੇ। ਅਰਥਾਤ 6ਵੇਂ ਮਹਾਰਾਜ ਨੇ 26 ਸਾਲ ਪਹਿਲਾਂ ਹੀ ਇਹ ਬਚਨ ਕਰ ਦਿੱਤੇ। 26 ਸਾਲ ਬਾਅਦ ਇਹ ਬਚਨ ਪੂਰੇ ਹੋਏ ਗੁਰਿਆਈ ਦੇ। ਤੇ ਬਚਨ ਪੂਰੇ ਵੀ ਕਿਸ ਸਮੇਂ ਦੌਰਾਨ ਹੋਏ? ਜਦੋਂ ਪੂਰਾ ਰੌਲਾ ਰੱਪਾ ਪੈ ਰਿਹਾ, ਮੈਂ ਗੁਰੂ, ਮੈਂ ਗੁਰੂ, ਮੈਂ ਗੁਰੂ। ਮਹਾਰਾਜ ਇਹ ਬਾਹਰੀ ਪ੍ਰਭਾਵ ਨੂੰ ਦੇਖ ਕੇ ਬਾਹਰੀ ਪ੍ਰਭਾਵ ਤੋਂ ਪ੍ਰਭਾਵਿਤ ਨਹੀਂ ਹੋਏ। ਮਹਾਰਾਜ ਬਿਲਕੁਲ ਆਪਣਾ ਅੰਤਰਮੁਖ ਰਹੇ ਨੇ। ਖੇਮਾ ਆਦ ਗੁਣ ਮਨ ਨੇ ਭਵਨੂ, ਨਿਤ ਪ੍ਰਸੰਨ ਅੰਤ ਬ੍ਰਿਤੀ ਰਵਨੂ। ਮਾਤਾ ਨਾਨਕੀ ਜੀ ਬੇਟੇ ਗੁਰੂ ਜੀ ਨੂੰ ਕਹਿੰਦੇ ਸਨ ਕਿ ਤੁਸੀਂ ਹੀ ਜ਼ਿੰਮੇਵਾਰੀ ਉਠਾਉਣ ਯੋਗ ਹੋ। ਤੁਹਾਡੇ ਨਾ ਪ੍ਰਗਟ ਹੋਣ ਕਾਰਨ ਹੀ ਸੰਗਤਾਂ ਹਨੇਰੇ ਵਿੱਚ ਭਟਕ ਰਹੀਆਂ ਹਨ। ਜੇ ਇਸੇ ਤਰ੍ਹਾਂ ਚੁੱਪ ਸਾਧੀ ਰੱਖੀ ਤਾਂ ਸਿੱਖੀ ਮਾਰਗ ਕਿਸ ਪ੍ਰਕਾਰ ਚੱਲੇਗਾ? ਤੇਗ ਬਹਾਦਰ ਜੀ ਨੇ ਚੁੱਪ ਹੀ ਸਾਧੀ ਰੱਖੀ। ਮਾਤਾ ਜੀ ਨੇ ਬਹੁਤੀ ਦੇਰ ਹੋਰ ਤੱਕੀ ਜਾਣਾ ਨਾਮ ਨਾਨਸਬ ਸਮਝ ਵਿਉਂਤ ਬਣਾਈ ਕਿ ਸੰਗਤ ਦੇ ਮੰਨੇ ਪਰਮੰਨੇ ਸਿੱਖਾਂ ਦਾ ਇਕੱਠ ਬੁਲਾ ਕੇ ਬੇਟੇ ਗੁਰੂ ਨੂੰ ਗੁਰਗੱਦੀ ਤੇ ਬਿਠਾਉਣ ਅਤੇ ਤਿਲਕ ਦੇਣ ਦੀ ਮਰਿਆਦਾ ਨਿਭਾ ਦਿੱਤੀ ਜਾਏ। ਮਾਤਾ ਜੀ ਨੇ ਗੁਰੂ ਅਮਰਦਾਸ ਜੀ ਦੀ ਸੰਤਾਨ ਦੇ ਮੁਖੀ ਅਤੇ ਵਿਦਵਾਨ ਭਾਈ ਦਵਾਰਕਾ ਦਾਸ ਜੀ ਨੂੰ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਸਿੱਧਕੀ ਸਿੱਖ ਭਾਈ ਗੜੀਆ ਜੀ ਵੱਲ ਪੱਤਰਕਾਰ ਇਹ ਲਿਖ ਕੇ ਭੇਜ ਦਿੱਤੀਆਂ। ਭਾਈ ਗੜੀਆ ਗੁਰੂ ਅਰਜਨ ਦੇਵ ਜੀ ਦੇ ਸਮੇਂ ਦੇ ਸਜੇ ਹੋਏ ਸਿੱਖ ਸਨ। ਧੰਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਨੇ ਉਹਨਾਂ ਦੇ ਸਿਰੜ ਅਤੇ ਸਿਦਕ ਨੂੰ ਦੇਖ ਕੇ ਉਹਨਾਂ ਨੂੰ ਬੜਾ ਮਾਣ ਬਖਸ਼ਿਆ। ਭਾਈ ਜੀ ਦਾ ਸਿੱਖ ਜਗਤ ਵਿੱਚ ਬੜਾ ਸਤਿਕਾਰ ਸੀ। ਕੋਈ ਵੀ ਉਹਨਾਂ ਦੀ ਆਖੀ ਗੱਲ ਮੋੜਦਾ ਨਹੀਂ ਸੀ। ਮਾਤਾ ਜੀ ਨੇ ਚਿੱਠੀ ਲਿਖਿਆ ਸੀ, ਸੋਢੀ ਕੁਲ ਵਿੱਚ ਰੌਲਾ ਪੈ ਗਿਆ, ਸੰਗਤਾਂ ਸ਼ੰਕਾ ਕਾਰਨ ਭਟਕ ਰਹੀਆਂ ਹਨ। ਹਾਲਾਤ ਐਸੀ ਹੋਈ ਹੈ ਜਿਵੇਂ ਮਲਾਹ ਬਿਨਾਂ ਬੇੜੀ ਅਤੇ ਆਗੂ ਬਿਨਾਂ ਫੌਜ ਬੇਮੁਹਾਰ ਹੋ ਜਾਂਦੀ ਹੈ। ਗੁਰੂ ਤੇਗ ਬਹਾਦਰ ਆਪਾਂ ਨਹੀਂ ਜਿਤਾਉਣਾ ਚਾਹੁੰਦੇ, ਤੁਸੀਂ ਪੁੱਜ ਕੇ ਨਿਰਣਾ ਕਰੋ। ਤੇ ਉਧਰ ਦਿੱਲੀ ਦੀ ਸੰਗਤ ਵੀ ਦੀਵਾਨ ਦਰਗਾਹ ਮੱਲ ਦੀ ਅਗਵਾਈ ਹੇਠ ਬਾਬਾ ਬਕਾਲਾ ਵੱਲ ਚੱਲ ਪਈ। ਪਹਿਲਾਂ ਸੰਗਤ ਵਿੱਚੋਂ ਕੁਝ ਮੁਖੀ ਕੀਰਤਪੁਰ ਪੁੱਜੇ ਅਤੇ ਭਾਈ ਗੁਰਦਿੱਤਾ ਜੀ ਨੂੰ ਨਾਲ ਲੈ ਕੇ ਸੰਗਤ ਚੱਲ ਪਈ। ਇੱਧਰ ਜਦ ਸੰਗਤਾਂ ਗੋਬਿੰਦਵਾਲ ਅਤੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਆਈਆਂ ਤਾਂ ਬਾਬਾ ਬਕਾਲਾ ਬਾਹਰ ਹੀ ਰੁਕ ਗਈਆਂ। ਭਾਈ ਗੜੀਆ ਜੀ ਨੇ ਸੋਚਿਆ, ਜੇ ਸਿੱਧਾ ਗੁਰੂ ਤੇਗ ਬਹਾਦਰ ਜੀ ਦੇ ਅਸਥਾਨ ਤੇ ਜਾਂਦਾ ਹਾਂ ਤਾਂ ਧੀਰਮਲ ਅਤੇ ਬਾਕੀ ਦਾਅਵੇਦਾਰ ਰੌਲਾ ਪਾਉਣਗੇ ਅਤੇ ਧੀਰਮਲ ਪਾਸ ਜਾਣ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ, ਸੋ ਰੁਕਣਾ ਹੀ ਠੀਕ ਹੈ। ਬੰਸਾਵਲੀ ਨਾਮੇ ਵਿੱਚ ਲਿਖਿਆ ਹੈ ਕਿ ਬਾਹਰ ਠਹਿਰੀਆਂ ਸੰਗਤਾਂ ਵਿੱਚੋਂ ਕੁਝ ਕੁ ਨੂੰ ਧੀਰਮਲ ਦੇ ਸਾਥੀ ਖਿੱਚ ਕੇ ਲੈ ਗਏ। ਭਾਦੋ ਦਾ ਮਹੀਨਾ ਸੀ। ਜਿੱਧਰ ਉਹ ਗਏ ਉਧਰ ਉਹਨਾਂ ਉੱਤੇ ਐਸੀ ਬਿਜਲੀ ਤੇ ਬੱਦਲ ਪਿਆ, ਉਹ ਦੌੜ ਕੇ ਗੁਰੂ ਸੰਗਤਾਂ ਵਿੱਚ ਆ ਮਿਲੇ। ਭਾਦੋ ਦਾ ਮਹੀਨਾ ਅੱਧਾ ਸੀ ਗਿਆ, ਜੋ ਧੀਰਮਲ ਵੱਲ ਸੇ ਤੁਰੇ, ਤਿੰਨ ਨੂੰ ਟੁੱਟ ਬੱਦਲ ਪਿਆ। ਇਹ ਕੌਤਕ ਵੇਖ ਬਾਬਾ ਦਵਾਰਕਾ ਦਾਸ ਜੀ ਨੇ ਕਿਹਾ ਕਿ ਸਾਨੂੰ ਯੱਕੋ ਤੱਕੋ ਵਿੱਚ ਨਹੀਂ ਪੈਣਾ ਚਾਹੀਦਾ, ਜੋ ਹੋਵੇ ਸੋ ਹੋਵੇ। ਗੁਰੂ ਵਿੱਚ ਤਾਂ ਵਾਹਿਗੁਰੂ ਵਾਲਾ ਸੁਭਾਅ ਹੈ ਭਾਈ, ਉਹ ਕਿਸੇ ਦਾ ਥਾਪਿਆ ਨਹੀਂ ਹੁੰਦਾ। ਤੁਸੀਂ ਕੀ ਸੋਚਦੇ ਹੋ ਕਿ ਮੈਂ ਦਵਾਰਕਾ ਦਾਸ ਗੁਰੂ ਨੂੰ ਥਾਪ ਦਿਆਂਗਾ? ਗੁਰੂ ਨੂੰ ਕੋਈ ਗੁਰੂ ਨਹੀਂ ਬਣਾ ਸਕਦਾ, ਉਹ ਤਾਂ ਧੁਰੋਂ ਹੀ ਗੁਰੂ ਹੈ। ਜਪ ਸਾਹਿਬ ਵਿੱਚ ਜੋ ਲਿਖਿਆ ਹੈ ਉਹ ਸੱਚ ਹੈ। ਮਹਿਮਾ ਪ੍ਰਕਾਰ ਦੇ ਸ਼ਬਦ ਹਨ, ਕਿਸੀ ਬਾਤ ਕੀ ਗਣਤ ਨ ਕੀਜੈ,
ਸੋ ਜਪ ਮੈਂ ਲਿਖਾ ਕਹਿ ਸੁਣ ਲੀਜੈ। ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਗੁਰੂ ਤੇਗ ਬਹਾਦਰ ਪੂਰਨ ਸੋਏ, ਚਲੀਏ ਤਹਾਂ ਗਿਣਤੀ ਨਹੀਂ ਕੋਏ। ਕਿ ਮਨ ਦੇ ਵਿੱਚ ਕਿਸੇ ਪ੍ਰਕਾਰ ਦੀ ਕੋਈ ਵੀ ਗਿਣਤੀ ਭਾਈ ਰੱਖੋ ਹੀ ਨਾ। ਸਭ ਚੱਲ ਕੇ ਮਾਤਾ ਨਾਨਕੀ ਜੀ ਕੋਲ ਆਏ। ਮਾਤਾ ਜੀ ਨਾਲ ਸਲਾਹ ਕਰਕੇ ਸਾਰੇ ਗੁਰੂ ਤੇਗ ਬਹਾਦਰ ਜੀ ਦੇ ਕੋਲ ਗਏ। ਦਵਾਰਕਾ ਦਾਸ ਨੇ ਹੱਥ ਜੋੜ ਕੇ ਬੇਨਤੀ ਕੀਤੀ, ਤੁਸੀਂ ਗੁਰੂ ਹੋ, ਤੁਹਾਨੂੰ ਛੁਪ ਕੇ ਨਹੀਂ ਬੈਠਣਾ ਚਾਹੀਦਾ। ਜਦ ਸੰਗਤ ਦਰਸ਼ਨ ਤੋਂ ਬਗੈਰ ਬੜੀਆਂ ਵਿਆਕੁਲ ਹੋ ਰਹੀਆਂ ਹੈ। ਦਿੱਲੀ ਦੀ ਸੰਗਤ ਵੀ ਨਰੇਲ 5 ਪੈਸੇ ਅਤੇ ਹੋਰ ਸਮੱਗਰੀ ਲੈ ਕੇ ਪੁੱਜ ਗਈ ਹੈ। ਸੋ ਸਾਧ ਸੰਗਤ ਜੀ, ਇੱਥੇ ਤੱਕ ਆਪਾਂ ਅੱਜ ਪਿੰਡ ਬਾਬਾ ਬਕਾਲਾ ਜੀ ਦਾ ਇਤਿਹਾਸ ਸਰਵਣ ਕੀਤਾ। ਅਗਲਾ ਜਿਹੜਾ ਇਤਿਹਾਸ ਹੈ, ਗੁਰੂ ਲਾਧੋ ਰੇ ਤੇ ਗੁਰਤਾ ਗੱਦੀ ਤੇ ਮਹਾਰਾਜ ਵਿਰਾਜਮਾਨ ਹੁੰਦੇ ਆ, ਜਿਹੜੀ ਮਰਿਆਦਾ ਬਾਕੀ ਦਾ ਇਤਿਹਾਸ ਹੈ ਉਹ ਕੱਲ ਦੇ ਦੀਵਾਨਾਂ ਵਿੱਚ ਸਰਵਣ ਕਰਾਂਗੇ। ਸੋ ਮੇਰੀ ਇੱਕ ਵਾਰ ਫਿਰ ਆਪ ਜੀ ਨੂੰ ਬੇਨਤੀ ਹੈ ਕਿ ਜਿੰਨੀਆਂ ਵੀ ਸੰਗਤਾਂ ਸਰਵਣ ਕਰ ਰਹੀਆਂ ਨੇ, ਇਕਾਗਰਤਾ ਦੇ ਨਾਲ, ਬੜੇ ਸ਼ਰਧਾ ਪ੍ਰੇਮ ਦੇ ਨਾਲ ਮਹਾਰਾਜ ਤੁਹਾਡੇ ਸਾਰਿਆਂ ਤੇ ਕਿਰਪਾ ਕਰੇ। ਭਾਈ ਵੱਧ ਤੋਂ ਵੱਧ ਇਸ ਪਾਵਨ ਗੁਰਮਤਿ ਵਿਚਾਰ ਨੂੰ ਸਾਰੀਆਂ ਸੰਗਤਾਂ ਦੇ ਵਿੱਚ ਸਾਂਝ ਪਾਓ, ਤਾਂ ਕਿ ਸਾਰੇ ਸੁਣ ਕੇ ਗੁਰੂ ਚਰਨਾਂ ਨਾਲ ਲੱਗ ਸਕਣ ਅਤੇ ਗੁਰੂ ਦੇ ਪਾਵਨ ਜੀਵਨ ਤੋਂ ਆਪਾਂ ਸਿੱਖ ਸਕੀਏ। ਜੇ ਕਿਸੇ ਨੂੰ ਕੁਝ ਦੇ ਨਹੀਂ ਨਾ ਸਕਦੇ ਤਾਂ ਕਿਸੇ ਤੋਂ ਖੋਈਏ ਵੀ ਨਾ। ਜੇ ਸਮਾਜ ਦੇ ਵਿੱਚ ਆਪਾਂ ਖੁਸ਼ਬੂ ਨਹੀਂ ਫੈਲਾ ਸਕਦੇ, ਬਦਬੂ ਕਿਉਂ ਫੈਲਾਈਏ। ਜੇ ਆਪਾਂ ਗੁਲਾਬ ਦੇ ਫੁੱਲ ਦਾ ਕੰਮ ਨਾ ਕਿਸੇ ਲਈ ਕਰ ਸਕੀਏ, ਫਿਰ ਕੰਡੇ ਵੀ ਨਾ ਬਣੀਏ। ਇਹ ਸਾਨੂੰ ਸਿੱਖਣਾ ਚਾਹੀਦਾ। ਦੇਖੋ ਮਹਾਰਾਜ ਸ਼ਾਂਤ ਨੇ ਜੀ, ਦੁਖੀ ਰੋਲਾ ਪਾ ਰਹੇ ਨੇ, ਪਰ ਜੋ ਜਿਹਦੀ ਵਸਤ ਉਹਨੂੰ ਮਿਲੀ ਜਾਂਦੀ ਹੈ। ਸੋ ਇੰਨੀ ਕੁ ਸੇਵਾ ਪ੍ਰਵਾਨ ਕਰਨਾ। ਅੱਜ ਦੀ ਵਿਚਾਰ ਦੇ ਵਿੱਚ ਜਿੰਨੀਆਂ ਵੀ ਭੁੱਲਾਂ ਉਹ ਮੇਰੀ ਝੋਲੀ ਪਾਣੀਆਂ, ਜੋ ਬਖਸ਼ਿਸ਼ਾਂ ਨੇ ਉਹ ਗੁਰੂ ਦੀਆਂ ਆਪ ਸੰਭਾਲ ਲੈਣੀਆਂ। ਤੇ ਕੱਲ ਦੇ ਦੀਵਾਨਾਂ ਵਿੱਚ ਅਗਲਾ ਸਾਧ ਸੰਗਤ ਜੀ ਆਪਾਂ ਲੜੀਵਾਰ ਪ੍ਰਸੰਗ ਤੋਰਾਂਗੇ। ਸੋ ਫਤਿਹ ਦੀ ਸਾਂਝ ਪਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।